ਸਾਡੇ ਅੱਜ ਮਹਿਮਾਨ ਨੇ ਨੈਨਾ ਜੀ। ਨੈਨਾ ਗਰੇਵਾਲ ਗੱਲਬਾਤ ਕਰਨਗੇ। ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਦੇ ਕਨਫਲਿਕਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਸੀਂ ਪਹਿਲਾਂ ਵੀ ਕਈ ਪ੍ਰੋਗਰਾਮਸ ਦੇ ਵਿੱਚ ਕਰ ਚੁੱਕੇ ਹਾਂ। ਇਸ ਬਦਲ ਰਹੇ ਜ਼ਮਾਨੇ ਦੇ ਵਿੱਚ ਹੁਣ ਜਿਹੜੀਆਂ ਵਿਆਹ ਸ਼ਾਦੀਆਂ ਜਾਂ ਰਿਸ਼ਤੇ ਕਾਇਮ ਕਰਨ ਲਈ ਹੁਣ ਵਿਚੋਲਿਆਂ ਦੀ ਜਾਂ ਜਿਹੜੇ ਪਹਿਲਾਂ ਲੋਕ ਕਈ ਇਸ ਤਰ੍ਹਾਂ ਦੇ ਰੱਖੇ ਹੋਏ ਸਨ ਪਿੰਡਾਂ ਦੇ ਵਿੱਚ, ਜਿਹੜੇ ਰਿਸ਼ਤਿਆਂ ਦਾ ਰੁਪਈਆ ਫੜਾਇਆ ਆਉਣਾ ਔਰ ਉਸ ਤੋਂ ਬਾਅਦ ਉਹ ਰਿਸ਼ਤਾ ਪੱਕਾ ਹੋ ਜਾਣਾ ਜਾਂ ਜ਼ਬਾਨ ਹੋ ਜਾਣੀ। ਬੱਚੇ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ, ਉਹਨਾਂ ਨੂੰ ਕੋਈ ਇਲਮ ਨਹੀਂ ਸੀ। ਕਈ ਵਾਰੀ ਪਹਿਲੀ ਵਾਰੀ ਮਿਲਦੇ ਅਤੇ ਸ਼ਾਦੀਆਂ ਹੋ ਜਾਂਦੀਆਂ। ਲੇਕਿਨ ਹੁਣ ਸ਼ਾਦੀ ਜਾਂ ਵੈਸੇ ਵੀ ਰਿਲੇਸ਼ਨਸ਼ਿਪ ਕਾਇਮ ਕਰਨ ਲਈ ਜਿਹੜੀਆਂ ਔਨਲਾਈਨ ਸਰਵਿਸਿਜ਼ ਨੇ ਜ਼ਮਾਨੇ ਦੇ ਨਾਲ ਨਾਲ ਜਿਉਂ-ਜਿਉਂ ਟੈਕਨੋਲੋਜੀ ਤਰੱਕੀ ਕਰ ਰਹੀ ਹੈ ਤਾਂ ਇਹ ਕਾਫੀ ਹੋ ਗਈਆਂ ਨੇ। ਬਹੁਤ ਸਾਰੇ ਮਾਪੇ ਨੇ ਜਿਹੜੇ ਪੁਰਾਣੇ ਵਿਚਾਰਾਂ ਦੇ ਨੇ, ਉਹਨਾਂ ਨੂੰ ਹਾਲੇ ਵੀ ਇਹ ਸਵੀਕਾਰ ਨਹੀਂ ਕਿ ਔਨਲਾਈਨ ਦੇ ਵਿੱਚ ਕੋਈ ਝੂਠ ਬੋਲ ਸਕਦਾ ਹੈ, ਕਈ ਕਿਸਮ ਦੀ ਮਿਸਇਨਫੋਰਮੇਸ਼ਨ ਦੇ ਕੇ ਬੱਚਿਆਂ ਨੂੰ ਵਰਗਲਾਇਆ ਜਾ ਸਕਦਾ ਹੈ। ਲੇਕਿਨ ਬਹੁਤ ਸਾਰੇ ਰਿਸ਼ਤੇ ਜਿਹੜੇ ਕਿ ਔਨਲਾਈਨ ਹੋਏ ਉਹ ਬੜੇ ਕਾਮਯਾਬ ਰਹੇ ਅਤੇ ਹੰਢਣਸਾਰ ਬਣ ਗਏ। ਸੋ ਇਸ ਕਰਕੇ ਇਹਨਾਂ ਔਨਲਾਈਨ ਮਿਲਣ ਗਿਲਣ ਮੇਲਾ ਗੇਲੇ ਤੋਂ ਬਾਅਦ ਬੱਚਿਆਂ ਦੀ ਆਪਣੀ ਦੂਸਰੇ ਦੀ ਪਹਿਚਾਣ ਲਈ ਇਹ ਸਿਸਟਮ ਜਿਹੜਾ ਸੀ, ਇਹ ਤਜਰਬਾ ਸੀ ਜਾਂ ਇਹ ਮਾਡਲ ਸੀ, ਇਹ ਬੁਰੀ ਤਰ੍ਹਾਂ ਫੇਲ ਨਹੀਂ ਹੋਇਆ, ਹਾਲੇ ਵੀ ਚੱਲ ਰਿਹਾ ਹੈ। ਸਗੋਂ ਦਿਨ ਬ ਦਿਨ ਔਨਲਾਈਨ ਸਰਵਿਸਿਜ਼ ਵੱਧ ਰਹੀਆਂ ਨੇ। ਨੌਜਵਾਨ ਬੱਚੇ ਦੇ ਬਾਰੇ ਕੀ ਸੋਚਦੇ ਨੇ? ਹੁਣ ਇੱਕ ਸ਼ਿਕਾਇਤ ਮਾਪਿਆਂ ਨੂੰ, ਖਾਸ ਤੌਰ 'ਤੇ ਜਿਹੜੇ ਪੁਰਾਣੇ ਵਿਚਾਰਾਂ ਦੇ ਮਾਪੇ ਨੇ, ਉਹਨਾਂ ਨੂੰ ਇਹ ਲੱਗ ਰਹੀ ਹੈ ਕਿ ਬੱਚੇ ਹੁਣ ਦੇਰ ਤੱਕ ਵਿਆਹ ਨਹੀਂ ਕਰਾਉਂਦੇ। ਬੱਚੇ ਦੇਰ ਤੱਕ ਵਿਆਹ ਨਹੀਂ ਕਰਾਉਂਦੇ ਕਿਉਂਕਿ ਉਹ ਕਹਿੰਦੇ ਸਾਨੂੰ ਸੂਟੇਬਲ ਪਾਰਟਨਰ ਨਹੀਂ ਮਿਲਿਆ। when the right person will come along then we will get married। ਔਰ ਇਸੇ ਸਿਲਸਿਲੇ ਦੇ ਵਿੱਚ ਜਿਹੜੇ ਮਾਪੇ ਆਪਣੇ 20 ਸਾਲ ਦੀ ਬੱਚੀ ਦਾ ਜਾਂ 22 ਸਾਲ ਦੇ ਬੱਚੇ ਦਾ ਵਿਆਹ ਕਰਨਾ ਚਾਹੁੰਦੇ ਸਨ, ਉਹਨਾਂ ਦੇ ਬੱਚੇ 40-40 ਸਾਲ ਦੇ ਹੋ ਗਏ ਨੇ ਔਰ ਹਾਲੇ ਤੱਕ ਉਹਨਾਂ ਨੂੰ ਸੂਟੇਬਲ ਪਾਰਟਨਰ ਨਹੀਂ ਲੱਭਿਆ। ਔਨਲਾਈਨ ਸਰਵਿਸਿਜ਼ ਅਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਬਸਾਈਟਸ ਨੇ, ਉਸ ਦੇ ਵਿੱਚ ਆਫਕੋਰਸ ਕਈ ਵੈਬਸਾਈਟ ਚੰਗੇ ਨਹੀਂ ਵੀ, ਕਈ ਸ਼ਾਇਦ ਬਹੁਤ ਵਧੀਆ ਵੀ ਹਨ। ਹੁਣ ਜਿੰਨੇ ਵੀ ਪ੍ਰੋਫੈਸ਼ਨਲ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਜਦੋਂ ਚੰਗੀਆਂ ਪੋਜੀਸ਼ਨਸ ਦੇ ਉੱਤੇ ਉਹ ਕੰਮ ਕਰਨ ਲੱਗ ਜਾਂਦੇ ਨੇ ਜਾਂ ਬਿਜ਼ਨਸਿਸ ਕਰਨ ਲੱਗ ਜਾਂਦੇ ਨੇ, ਉਹ ਵਿਚੋਲਿਆਂ ਨੂੰ ਨਹੀਂ ਲੱਭਦੇ ਔਰ ਨਾ ਹੀ ਸ਼ਰਾਬਖਾਨਿਆਂ ਦੇ ਵਿੱਚ ਸ਼ਰਾਬ ਨਾਲ ਧੁੱਤ ਅਤੇ ਥਿਰਕਦੇ ਕਦਮਾਂ ਦੇ ਉੱਤੇ ਉਸ ਵੇਲੇ ਕੋਈ ਫੈਸਲਾ ਕਰਦੇ ਨੇ ਕਿ ਕਿਹਦੇ ਨਾਲ ਰਿਲੇਸ਼ਨਸ਼ਿਪ ਰੱਖਿਆ ਜਾਏ ਜਾਂ ਨਾ ਰੱਖਿਆ ਜਾਏ। ਕਹਿੰਦੇ ਆ ਕਿ ਕਲੱਬਾਂ ਅਤੇ ਨਾਈਟ ਕਲੱਬਸ ਅਤੇ ਸ਼ਰਾਬਖਾਨਿਆਂ ਦੇ ਵਿੱਚ ਸ਼ਰਾਬੀ ਹਾਲਤ ਵਿੱਚ ਕਾਇਮ ਕੀਤੀ ਗਈਆਂ ਦੋਸਤੀਆਂ ਪੂਰੀਆਂ ਜੱਜਮੈਂਟ ਉਹਨਾਂ ਦੀ ਕਲੀਅਰ ਨਹੀਂ ਹੁੰਦੀ ਅਤੇ ਸਿਰੇ ਨਹੀਂ ਚੜ੍ਹਦੀਆਂ। ਪਰ ਇਹਦੇ ਲਈ ਵੀ ਕੋਈ ਫਾਰਮੂਲੇ ਨਹੀਂ ਹਨ। ਜਿਹੜੇ ਔਨਲਾਈਨ ਸਰਵਿਸਿਜ਼ ਨੇ, ਅੱਜ ਗੱਲਬਾਤ ਉਹਨਾਂ ਦੇ ਬਾਰੇ ਹੋਵੇਗੀ ਔਰ ਨੈਨਾ ਗਰੇਵਾਲ ਜੀ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਨੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਮਿਸਟਰ ਥਿੰਦ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਇਹ ਜਿਹੜੀਆਂ ਔਨਲਾਈਨ ਸਰਵਿਸਿਜ਼ ਨੇ ਇਹ ਕਾਫੀ ਪਾਪੂਲਰ ਨੇ ਯੰਗ ਮੁੰਡੇ ਕੁੜੀਆਂ ਦੇ ਵਿੱਚ ਜਾਂ ਕਿ ਕਿਤੇ ਕਿਤੇ ਕੋਈ ਲੈਂਦਾ? ਜੀ ਐਕਚੁਅਲੀ ਇਹ ਕਾਫੀ ਪੋਪੂਲਰ ਨੇ ਕਿਉਂਕਿ ਇਹ ਥੋੜ੍ਹਾ ਜਿਹੜਾ ਟੌਪਿਕ ਆ, ਵਿਸ਼ਾ ਆ, ਇਹਦੇ ਬਾਰੇ ਖੁੱਲ੍ਹੀ ਚਰਚਾ ਨਹੀਂ ਹੁੰਦੀ। ਬਹੁਤ ਵਾਰੀ ਘਰਦਿਆਂ ਨੂੰ ਖਾਸ ਕਰਕੇ ਸੁਣਨ ਨੂੰ ਨਹੀਂ ਮਿਲਦਾ ਕਿ ਉਹਨਾਂ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਔਨਲਾਈਨ ਡੇਟਿੰਗ ਦੇ ਵਿੱਚ ਹੈਗੇ ਆ, ਜਾਂ ਕਈ ਵਾਰੀ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਖੁੱਲ੍ਹ ਕੇ ਨਹੀਂ ਦੱਸ ਪਾਉਂਦੇ। ਪਰ ਇਹ ਆਪਣੀ ਕਮਿਊਨਿਟੀ ਦੇ ਵਿੱਚ ਵੀ ਹੈ ਅਤੇ ਆਪਣੀ ਕਮਿਊਨਿਟੀ ਤੋਂ ਬਾਹਰ ਵੀ ਬਹੁਤ ਹੀ ਪੋਪੂਲਰ ਆ। ਐਕਚੁਅਲੀ ਜੇ ਤੁਸੀਂ ਅੱਜ ਦੀ ਦੁਨੀਆ ਦੇ ਵਿੱਚ ਦੇਖੋ ਤਾਂ 20% ਰਿਸ਼ਤੇ ਜਿਹੜੇ ਹੈਗੇ ਆ, ਚਾਹੇ ਉਹ ਵਿਆਹਤਾ ਰਿਸ਼ਤੇ ਹੋਣ ਜਾਂ ਵਿਆਹਤਾ ਰਿਸ਼ਤੇ ਨਾ ਹੋਣ, ਉਹ ਔਨਲਾਈਨ ਡੇਟਿੰਗ ਤੋਂ ਹੀ ਸ਼ੁਰੂ ਹੁੰਦੇ ਆ। ਅੱਛਾ ਜੀ, 20% ਕਾਫੀ ਵੱਡੀ ਗਿਣਤੀ ਆ ਜੀ। ਸੋ ਪਹਿਲਾਂ ਆਪਾਂ ਦੇਖਦੇ ਹਾਂ ਕਿ ਜਿਹੜੀ ਮੇਨ ਸਟਰੀਮ ਸੁਸਾਇਟੀ ਆ, ਕਮਿਊਨਿਟੀ ਐਟ ਲਾਰਜ, ਉਹ ਕਿੰਨਾ ਕੁ ਇਸਤੇਮਾਲ ਕਰਦੇ ਨੇ? ਕੀ ਉਹ ਇਸੇ 'ਤੇ ਨਿਰਭਰ ਕਰਦੇ ਨੇ ਜਾਂ ਉਹਨਾਂ ਦੇ ਵੀ ਹੋਰ ਸਿਲਸਿਲੇ ਹੋਣੇ, ਜਿਵੇਂ ਸਾਡੇ ਪਰਿਵਾਰਾਂ ਦੀ ਆਪਸ ਵਿੱਚ ਹੀ ਮਿਲਣਾ ਵਰਤਣਾ ਜਾਂ ਇੱਕ ਦੂਜੇ ਦਾ ਦੋਸਤਾਂ ਨੇ ਇੰਟਰੋਡਿਊਸ ਕਰਾ ਦੇਣਾ ਬੱਚਿਆਂ ਨੂੰ? ਮੇਨ ਸਟਰੀਮ ਕਮਿਊਨਿਟੀ ਦੇ ਵਿੱਚ ਔਨਲਾਈਨ ਸਰਵਿਸਿਜ਼ ਦਾ ਇਸਤੇਮਾਲ ਰਿਸ਼ਤੇ ਕਾਇਮ ਕਰਨ ਲਈ ਕਿੰਨਾ ਕੁ ਹੈ?
ਜੀ। ਸੋ ਜਿਵੇਂ 20% ਦੀ ਆਪਾਂ ਗੱਲ ਕੀਤੀ ਕਿ 20% ਰਿਸ਼ਤੇ ਆਨਲਾਈਨ ਆਉਂਦੇ ਨੇ, ਪਰ ਉਸ ਤੋਂ ਜ਼ਿਆਦਾ ਜਿਹੜੀ ਪੋਪੂਲਰ ਚੀਜ਼ ਹੈਗੀ ਉਹ ਹਲੇ ਵੀ ਉਹੀ ਆ ਕਿ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਥਰੂ ਜਾਂ ਆਪਣੇ ਸਹੇਲੀਆਂ ਦੇ ਥਰੂ ਤੁਸੀਂ ਮਿਲਦੇ ਹੋ ਕਿਸੇ ਨੂੰ। ਸੋ ਹਲੇ ਵੀ ਸਭ ਤੋਂ ਜ਼ਿਆਦਾ ਉਸ ਦਾ ਹੀ ਇਸਤੇਮਾਲ ਹੁੰਦਾ ਆ। ਅਤੇ ਜੇ ਤੁਸੀਂ ਪੰਜਾਬੀ ਲੋਕਾਂ ਦੀ ਜਾਂ ਸਾਊਥ ਏਸ਼ੀਅਨ ਲੋਕਾਂ ਦੀ ਗੱਲ ਕਰੋ ਤਾਂ ਉਹਦੇ ਵਿੱਚ ਪਰਿਵਾਰ ਦਾ ਵੀ ਕਾਫੀ ਵੱਡਾ ਹੱਥ ਹਲੇ ਵੀ ਹੈ। ਇਹ ਹਰ ਇੱਕ ਪਰਿਵਾਰ ਉੱਪਰ ਨਿਰਭਰ ਕਰਦਾ ਕਿ ਉਹ ਕਿਵੇਂ ਕਰਦੇ ਆ। ਪਰ ਜੀ ਆਨਲਾਈਨ ਜਿਹੜੀ ਡੇਟਿੰਗ ਆ ਇਹ ਸਾਧਨ ਨਵਾਂ ਆ। ਇਹ ਪਿਛਲੇ 10 ਕੁ ਸਾਲਾਂ ਦੇ ਵਿੱਚ ਹੀ ਸ਼ੁਰੂ ਹੋਇਆ, ਪਰ ਇਸ ਦੀ ਜਿਹੜੀ ਪੋਪੂਲੈਰਿਟੀ ਆ, ਇਸ ਨੂੰ ਇਹਦਾ ਜਿਹੜਾ ਵਰਤੋਂ ਆ ਉਹ ਕਾਫੀ ਜ਼ਿਆਦਾ ਹੋਣ ਲੱਗ ਗਈ ਆ। ਸੋ ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਬਾਕੀ ਸਾਧਨ ਚਲੇ ਜਾਣਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਆਨਲਾਈਨ ਡੇਟਿੰਗ ਇੱਕ ਬਹੁਤ ਵੱਡਾ ਸਾਧਨ ਰਹੂਗਾ। ਕਿਉਂਕਿ ਜੇ ਆਪਾਂ ਹੁਣ ਵੀ ਦੇਖੀਏ ਪਿਛਲੇ 2 ਸਾਲਾਂ ਦੀ ਗੱਲ ਕਰ ਲੈਂਦੇ ਹਾਂ, ਕੋਵਿਡ-19 ਕਰਕੇ ਜਿਹੜੀਆਂ ਥਾਵਾਂ ਉੱਪਰ ਆਪਾਂ ਕਿਸੇ ਨੂੰ ਮਿਲ ਸਕਦੇ ਸੀਗੇ ਉਹ ਥਾਵਾਂ ਜਾਂ ਤਾਂ ਬੰਦ ਰਹੀਆਂ ਜਾਂ ਫਿਰ ਉਹਨਾਂ ਦੀ ਕਪੈਸਿਟੀ ਸੀ, ਉਹਨਾਂ ਦੀ ਸੀਮਾਵਾਂ ਸੀਗੀਆਂ, ਉਹ ਇੰਨੇ ਲੋਕ ਨਹੀਂ ਆ ਸਕਦੇ ਸੀ। ਚਾਹੇ ਉਹ ਰੈਸਟੋਰੈਂਟਸ ਹੋਣ, ਬਾਰਸ ਹੋਣ, ਜਾਂ ਜਿਵੇਂ ਤੁਸੀਂ ਕਿਹਾ ਕਲੱਬਸ ਵਗੈਰਾ ਵੀ, ਜਾਂ ਆਪਾਂ ਤਾਂ ਘਰੇ ਵੀ ਨਹੀਂ ਜਾ ਸਕਦੇ ਸੀਗੇ ਪੂਰੀ ਖੁੱਲ੍ਹ ਦੇ ਨਾਲ ਕਿਸੇ ਦੇ। ਸੋ ਇਸ ਦੌਰਾਨ ਵੀ ਜਿਹੜੀ ਆਨਲਾਈਨ ਡੇਟਿੰਗ ਆ ਉਹ ਉੱਭਰ ਕੇ ਸਾਹਮਣੇ ਆਈ, ਕਿਉਂਕਿ ਲੋਕਾਂ ਨੂੰ ਲੱਗਿਆ ਕਿ ਘਰੇ ਤਾਂ ਬੈਠੇ ਹੀ ਆ, ਕੰਮ ਹੈ ਨਹੀਂ ਕੁਛ ਕਰਨ ਨੂੰ, ਤਾਂ ਆਨਲਾਈਨ ਡੇਟਿੰਗ ਹੀ ਟਰਾਈ ਕਰ ਲੈਂਦੇ ਆ। ਜਿਹੜੇ ਮੇਰੇ ਵਰਗੇ ਲੋਕ ਨੇ ਜੀ, ਜਾਂ ਮੇਰੇ ਏਜ ਗਰੁੱਪ ਦੇ ਲੋਕ ਨੇ, ਉਹਨਾਂ ਦਾ ਜਿਹੜਾ ਸੰਸਾ, ਉਹਨਾਂ ਦੀ ਫਿਕਰਮੰਦੀ ਉਹ ਇਹ ਆ ਕਿ ਉਹਨਾਂ ਨੂੰ ਇਹ ਨਹੀਂ ਇਤਰਾਜ਼ ਕਿ ਬੱਚੇ ਆਪਣਾ ਪਾਰਟਨਰ ਲੱਭ ਰਹੇ ਨੇ। ਹੁਣ ਉਹਨਾਂ ਨੇ ਅਕਾਮੋਡੇਟ ਕਰ ਲਿਆ ਕਿ ਮੇਰੇ ਬੱਚੀ ਜਾਂ ਮੇਰਾ ਬੱਚਾ ਆਪਣਾ ਪਾਰਟਨਰ ਆਪ ਲੱਭੇਗਾ। ਇਹ ਅਸੀਂ ਐਕਸੈਪਟ ਕਰ ਲਿਆ, ਸਾਡੇ 'ਚੋਂ ਬਹੁਤਿਆਂ ਨੇ ਕਰ ਲਿਆ। ਪਰ ਹੁਣ ਸੰਸਾ ਇਹ ਆ ਕਿ ਕਿਤੇ ਗਲਤ ਪਾਰਟਨਰ ਲੱਭ ਲੈਣ। ਇਹ ਆਨਲਾਈਨ ਸਰਵਿਸਿਜ਼ 'ਤੇ ਕਿਵੇਂ ਭਰੋਸਾ ਕਰੀਏ? ਕਿਸੇ ਨੂੰ ਦੇਖਿਆ ਨਹੀਂ, ਜਾਣਦੇ ਨਹੀਂ, ਬੁੱਝਦੇ ਨਹੀਂ, ਪਤਾ ਨਹੀਂ ਕੌਣ ਲੋਕ ਨੇ ਇਹ। ਮੇਰੇ ਬੱਚੇ ਨੂੰ ਕਿਤੇ ਬਰਗਲਾ ਕੇ ਨਾ ਲੈ ਜਾਣ। ਬੱਚਾ ਭਾਵੇਂ ਜਿੰਨਾ ਮਰਜ਼ੀ ਇੰਟੈਲੀਜੈਂਟ ਹੋ ਜਾਏ, 30 ਸਾਲ ਦਾ ਹੋ ਜਾਏ, ਮੈਂ ਅੱਜ ਵੀ ਜਿੰਨਾ ਵੱਡਾ ਮਰਜ਼ੀ ਹੋ ਗਿਆ, ਮੇਰੀ ਮਾਂ ਮੈਨੂੰ ਸਮਝਦੀ, ਮੈਨੂੰ ਕੱਖ ਨਹੀਂ ਪਤਾ ਇਹਨੂੰ। ਜੀ, ਇਹ ਮਾਪਿਆਂ ਨੂੰ ਇਉਂ ਲੱਗਦਾ ਰਹਿੰਦਾ ਕਿ ਬੱਚਿਆਂ ਨੂੰ ਪਤਾ ਨਹੀਂ ਗਾ। ਇਹ ਫੁਸਲਾਏ ਜਾ ਸਕਦੇ ਨੇ, ਭਰਮਾਏ ਜਾ ਸਕਦੇ ਨੇ, ਵਰਗਲਾਏ ਜਾ ਸਕਦੇ ਨੇ। ਸੋ ਇਸ ਕਰਕੇ ਉਹਨਾਂ 'ਤੇ ਭਰੋਸਾ ਨਹੀਂ ਕਰਦੇ। ਉਹ ਕਿੰਨੇ ਕੁ ਰਿਲਾਇਬਲ ਨੇ? ਇਹ ਕਿਵੇਂ ਇਨਸ਼ੋਰ ਕਰਦੇ ਹੋ ਕਿ ਜਿਹਦੇ ਨਾਲ ਜੀ ਰਿਲੇਸ਼ਨਸ਼ਿਪ ਹੋਣਾ ਜਾਂ ਜਿਹਦੇ ਨਾਲ ਗੱਲਬਾਤ ਚੱਲ ਰਹੀ ਆ, ਇਹ ਕੋਈ ਠੱਗੀ ਦਾ ਮਸਾਲਾ ਨਹੀਂ? ਜੀ। ਸੋ ਪਹਿਲਾਂ ਤਾਂ ਤੁਹਾਡੀ ਜਿਹੜੀ ਇਹ ਗੱਲ ਤੁਸੀਂ ਕਹੀ ਹੈ ਬਿਲਕੁਲ ਇਹ ਢੁੱਕਦੀ ਆ, ਅਤੇ ਇਹ ਗੱਲ ਸੱਚ ਹੈ ਕਿ ਆਨਲਾਈਨ ਡੇਟਿੰਗ ਦੇ ਵਿੱਚ ਇਹ ਰਿਸਕ ਤਾਂ ਹੁੰਦਾ ਹੀ ਆ ਕਿ ਕੋਈ ਗਲਤ ਫੋਟੋ ਦੇ ਨਾਲ ਆਪਣਾ ਗਲਤ ਨਾਮ ਲਾ ਸਕਦਾ। ਪਤਾ ਹੀ ਨਹੀਂ ਵੀ ਉਹ ਬੰਦਾ ਹੈ ਜੋ ਦੱਸ ਰਿਹਾ ਕਿ ਮੈਂ ਹੈਗਾ ਆ। ਅਤੇ ਸ਼ਾਇਦ ਕਿਸੇ ਨੇ ਦੇਖੀ ਹੋਵੇ, ਇੱਕ ਡਾਕੂਮੈਂਟਰੀ ਵੀ ਹੈ ਨੈਟਫਲਿਕਸ ਉੱਪਰ, ਉਹਦਾ ਨਾਮ ਹੈ ਟਿੰਡਰ ਸਵਿੰਡਲਰ। ਸੋ ਇੱਕ ਇਨਸਾਨ ਆ, ਉਹਨੇ ਬਹੁਤ ਲੋਕਾਂ ਨੂੰ ਠੱਗਿਆ, ਬਹੁਤ ਕੁੜੀਆਂ ਨੂੰ ਠੱਗਿਆ, ਅਤੇ ਉਹ ਕੁੜੀਆਂ ਯੰਗ ਬੱਚੇ ਨਹੀਂ ਗਏ, ਉਹ 30-40 ਸਾਲ ਦੇ ਲੇਡੀਜ਼ ਆ, ਸੋ ਆਪਾਂ ਇੱਦਾਂ ਵੀ ਨਹੀਂ ਕਹਿ ਸਕਦੇ ਕਿ ਬੱਚੇ ਜ਼ਿਆਦਾ ਰਿਸਕ 'ਤੇ ਨੇ। ਓਬਵੀਅਸਲੀ ਜ਼ਿਆਦਾ ਰਿਸਕ 'ਤੇ ਤਾਂ ਹੈਗੇ ਨੇ, ਪਰ ਕੋਈ ਵੀ ਠੱਗਿਆ ਜਾ ਸਕਦਾ। ਪਰ ਜੇ ਆਪਾਂ ਦੂਜਾ ਪਹਿਲੂ ਦੇਖੀਏ ਤਾਂ ਆਨਲਾਈਨ ਡੇਟਿੰਗ ਤੋਂ ਬਿਨਾਂ ਵੀ ਕੋਈ ਠੱਗਿਆ ਜਾ ਸਕਦਾ। ਆਪਾਂ ਬਹੁਤ ਇਹੋ ਜਿਹੀਆਂ ਕਹਾਣੀਆਂ ਸੁਣਦੇ ਹਾਂ ਕਿ ਮਾਪਿਆਂ ਨੇ ਰਿਸ਼ਤਾ ਕਰਵਾਇਆ ਸੀਗਾ, ਕੋਈ ਲੈਂਡ ਹੋਇਆ ਕੈਨੇਡਾ ਪਰ ਘਰ ਤਾਂ ਪਹੁੰਚਿਆ ਨਹੀਂ। ਬਥੇਰੀਆਂ ਆਪਾਂ ਨੂੰ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ। ਜਿਹੜੇ ਵਿਚੋਲੇ 'ਤੇ ਨਿਰਭਰ ਕਰਕੇ ਜੀ, ਵੱਡੀ ਉਮਰ ਦੇ ਜਿਹੜੇ ਮਾਪੇ ਅੱਜ ਕੱਲ੍ਹ ਇਹ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਆਨਲਾਈਨ ਦੇ ਉੱਤੇ ਕੋਈ ਠੱਗੀ ਨਾ ਲੱਗ ਜਾਏ, ਉਦੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਜਿਸ ਲੜਕੀ ਨੂੰ ਉਹ ਦੇਖਣ ਜਾਂਦੇ ਸਨ, ਜੀ, ਪਿੰਡ ਦੀ ਸੋਹਣੀ ਕੁੜੀ ਦਿਖਾ ਦੇਣੀ। ਕਿੰਨੇ ਕੇਸਿਸ ਇਹੋ ਜਿਹੇ ਹੋਏ ਆ ਵੀ ਆਹ ਲੜਕੀ ਬੈਠੀ ਆ ਜਾਂ ਦਰੀਆਂ ਬੁਣਦੀ ਆ, ਜਿਹੜੀ ਉਹ ਦੇਖ ਲਓ ਹਰੀ ਚੁੰਨੀ ਵਾਲੀ, ਉਹ ਕੁੜੀ ਆ। ਜੀ, ਉਹਨਾਂ ਨੇ ਦੇਖ ਲੈਣੀ, ਉਹ ਪਿੰਡ ਦੀ ਸੋਹਣੀ ਕੁੜੀ ਸੀ। ਉਸ ਤੋਂ ਬਾਅਦ ਆਨੰਦਾਂ ਦੇ ਉੱਤੇ ਸੁੱਭਰ ਦੇ ਕੇ ਤੇ ਚੁੰਨੀਆਂ ਦੇ ਕੇ ਉਹਦਾ ਚਿਹਰਾ ਢੱਕ ਕੇ ਘੁੰਡ ਕੱਢ ਕੇ ਕੋਈ ਹੋਰ ਕੁੜੀ ਵਿਆਹ ਦੇਣੀ। ਜੀ, ਫਿਰ ਉਹਨੂੰ ਦੂਸਰੇ ਦਿਨ ਸੁਹਾਗਰਾਤ ਨੂੰ ਪਤਾ ਲੱਗਣਾ ਕਿ ਇਹ ਤਾਂ ਲੜਕੀ ਹੋਰ ਆ। ਇਸ ਤਰ੍ਹਾਂ ਦੀਆਂ ਠੱਗੀਆਂ ਵੀ ਚੱਲਦੀਆਂ ਰਹੀਆਂ ਜਦੋਂ ਵਿਚੋਲੇ ਸੀ। ਜੀ, ਮੈਟਰੀਮੋਨੀ ਦੇ ਵਿੱਚ ਹੋਰ ਮੈਂ ਤੁਹਾਨੂੰ ਹਜ਼ਾਰਾਂ ਮਿਸਾਲਾਂ ਦੇ ਸਕਦਾ ਜਿਹਦੇ 'ਚ ਇਸ ਤਰ੍ਹਾਂ ਦੇ ਧੋਖੇ ਹੁੰਦੇ ਰਹੇ, ਜਦ ਕਿ ਉਹ ਆਪ ਜਾ ਕੇ ਦਰਿਆਫਤ ਕਰਦੇ ਸੀ। ਜੀ, ਜਾਂ ਆਪ ਨਹੀਂ ਵੀ ਸੀ ਜਾਂਦੇ, ਉਹਨਾਂ ਦੇ ਕੁਝ ਰੱਖੇ ਸੀ। ਜੀ, ਇਹ ਰਾਜਾ, ਇਹ ਸਾਡੇ ਪਿੰਡ ਦਾ ਪੰਡਤ ਆ, ਇਹ ਜਾ ਕੇ 1 ਰੁਪਈਆ ਫੜਾ। ਉਹਦੀ ਮਰਜ਼ੀ ਸੀ, ਉਹਦੀ ਡਿਸਕ੍ਰੈਸ਼ਨ ਸੀ, ਉਹ ਜਿਹਨੂੰ ਮਰਜ਼ੀ ਰੁਪਈਆ ਫੜਾ ਸਕਦਾ ਸੀ। ਜੀ, ਜਿਹਨੂੰ ਰੁਪਈਆ ਫੜਾਇਆ ਤੇ ਉਹ ਗੱਲ ਪੱਕ ਠੱਕ ਹੋ ਗਈ। ਜੀ, ਉਹ ਲਾਟਰੀ ਸਿਸਟਮ ਵੀ ਇੰਨਾ ਕਾਮਯਾਬ ਨਹੀਂ ਸੀ। ਜੀ, ਬਿਲਕੁਲ। ਸੋ ਜਿਹੜੀ ਆ ਤੁਸੀਂ ਗੱਲ ਕਰ ਰਹੇ ਹੋ ਧੋਖੇ ਦੀ, ਉਹ ਕਿਤੇ ਵੀ ਹੋ ਸਕਦੀ ਆ। ਅਤੇ ਜੇ ਆਪਾਂ ਦੇਖੀਏ ਤਾਂ ਇੱਕ ਪਾਸੋਂ ਆਨਲਾਈਨ ਡੇਟਿੰਗ ਵਧੀਆ ਵੀ ਆ, ਕਿਉਂਕਿ ਉਹਦੇ ਉੱਪਰ ਲਿਖਿਆ ਹੁੰਦਾ ਸਾਰਾ ਕੁਛ ਕਿ ਵੀ ਬੰਦਾ ਕਿੱਥੇ ਕੰਮ ਕਰਦਾ ਆ।
ਉਹਨੇ ਆਪਣੀ ਸੋਸ਼ਲ ਮੀਡੀਆ ਅਕਾਊਂਟਸ ਜਾਂ ਇੰਸਟਾਗ੍ਰਾਮ ਅਕਾਊਂਟ ਲਿੰਕ ਕੀਤਾ ਹੁੰਦਾ ਆ। ਤੁਸੀਂ ਜੇ ਕਿਸੇ ਨੂੰ, ਜੇ ਕੋਈ ਵਿਅਕਤੀ ਸਮਾਰਟ ਹੋਊਗਾ ਅਤੇ ਉਹਨੂੰ ਪਤਾ ਹੋਊਗਾ ਕਿ ਮੈਂ ਆਪਣਾ ਪੂਰਾ ਦੇਖਣਾ ਆ ਵੀ ਇਹ ਬੰਦਾ ਠੀਕ ਠਾਕ ਆ ਕਿ ਨਹੀਂ, ਮੋਸਟਲੀ ਜਿਹੜੇ ਲੋਕੀ ਹੈਗੇ ਆ ਉਹ ਰਿਸਰਚ ਕਰਕੇ ਜਾਂਦੇ ਆ। ਪਹਿਲਾਂ ਉਹਦੀ ਸਾਰੀ ਲਿੰਕਡਇਨ ਪ੍ਰੋਫਾਈਲ ਦੇਖਦੇ ਆ, ਉਹਦੀ ਇੰਸਟਾਗ੍ਰਾਮ ਫੇਸਬੁੱਕ ਦੇਖਦੇ ਆ ਵੀ ਇਹ ਬੰਦਾ ਹੈ ਵੀ। ਅਤੇ ਬਹੁਤ ਵਾਰੀ ਜਿਹੜੇ ਮੇਰੇ ਆਪਣੇ ਸਹੇਲੀਆਂ ਦੋਸਤ ਨੇ, ਜੇ ਕਿਸੇ ਦੀ ਇੰਸਟਾਗ੍ਰਾਮ ਜਾਂ ਫੇਸਬੁੱਕ ਪ੍ਰੋਫਾਈਲ ਨਹੀਂ ਹੈਗੀ, ਜੇ ਉਹਨਾਂ ਨੂੰ ਨਹੀਂ ਲੱਭੀ ਔਨਲਾਈਨ, ਤਾਂ ਉਹ ਬੰਦੇ ਨੂੰ ਮਿਲਣ ਨਹੀਂ ਜਾਣਗੇ, ਕਿਉਂਕਿ ਹੋ ਸਕਦਾ ਕਿ ਉਹ ਝੂਠ ਬੋਲਦਾ ਹੋਵੇ। ਸੋ ਜਿਹੜੀ ਆਹ ਰਿਸਰਚ ਆ, ਪਹਿਲਾਂ ਆਪਾਂ ਦੋ ਬੰਦਿਆਂ ਤੋਂ ਗੱਲ ਸੁਣ ਲੈਂਦੇ ਸੀ ਜਾਂ ਤੀਜੇ ਬੰਦੇ ਨੂੰ ਜਾ ਕੇ ਪਿੰਡੋਂ ਪੁੱਛ ਲੈਂਦੇ ਸੀ ਵੀ ਆਹ ਸਹੀ ਹੈਗਾ ਆ, ਪਰ ਉਹਦਾ ਸੈਂਪਲ ਸਾਈਜ਼ 3 ਬੰਦੇ ਸੀਗਾ, ਉਹਨਾਂ 3 ਬੰਦਿਆਂ 'ਤੇ ਭਰੋਸਾ ਕਰਕੇ ਆਪਾਂ ਰਿਸ਼ਤਾ ਜੋੜ ਲੈਂਦੇ ਸੀਗੇ। ਪਰ ਹੁਣ ਔਨਲਾਈਨ ਡੇਟਿੰਗ 'ਤੇ ਸੈਂਪਲ ਸਾਈਜ਼ ਹੀ ਹਜ਼ਾਰਾਂ ਲੱਖਾਂ ਲੋਕਾਂ ਦਾ ਹੈਗਾ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਚੀਜ਼ ਬੋਲ ਰਹੇ ਆ ਉਹ ਸੱਚ ਹੈਗੀ ਆ ਚੀਜ਼ ਕਿ ਨਹੀਂ। ਹੁਣ ਜਿਹੜੇ ਬੰਦੇ ਨੇ ਹਾਈ ਲੈਵਲ 'ਤੇ ਠੱਗੀ ਮਾਰੀ ਕਰਨੀ ਆ, ਉਹ ਉਸ ਚੀਜ਼ ਨੂੰ ਵੀ ਠੀਕ ਕਰ ਲੂਗਾ। ਪਰ ਬਹੁਤ ਵਾਰੀ ਜੇ ਤੁਸੀਂ ਕਿਸੇ ਨੂੰ ਜਾਣਦੇ ਹੁੰਦੇ ਹੋ ਸੋਸ਼ਲ ਮੀਡੀਆ ਉੱਪਰ, ਤਾਂ ਉਹ ਅੱਗਿਓਂ ਕਨੈਕਸ਼ਨਸ ਨਿਕਲੇ ਆਉਂਦੇ ਆ। ਫੋਰ ਐਗਜ਼ਾਮਪਲ, ਜੇ ਮੈਨੂੰ ਕੋਈ ਕਾਮਨ ਫਰੈਂਡਸ ਕਿਹੜੇ ਆ ਉਹ ਨਿਕਲੇ ਆਉਂਦਾ ਹੁੰਦਾ, ਸੋ ਫਿਰ ਤੁਸੀਂ ਆਪਣੇ ਕਾਮਨ ਫਰੈਂਡਸ ਨੂੰ ਵੀ ਪੁੱਛ ਸਕਦੇ ਹੋ ਵੀ ਮੈਂ ਦੇਖਿਆ ਵੀ ਤੂੰ ਜਾਣਦਾ ਇਸ ਪਰਸਨ ਨੂੰ, ਵੀ ਇਹ ਬੰਦਾ ਠੀਕ ਹੈਗਾ ਆ। ਅਤੇ ਮੈਂ ਆਪਣੇ ਮੇਰੇ ਕਲੋਜ਼ ਫਰੈਂਡਸ ਹੈਗੇ ਆ ਜਿਹੜੇ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਲ ਚੁੱਕੇ ਆ। ਸੋ ਇਹਦੇ ਨਾਲ ਰਿਸਕ ਵੱਧਦਾ ਵੀ ਆ ਇਸ ਚੀਜ਼ ਦਾ ਵੀ ਠੱਗੀ ਹੋ ਸਕਦੀ ਆ, ਪਰ ਉਹ ਰਿਸਕ ਇੱਦਾਂ ਨਹੀਂ ਕਹਿ ਸਕਦੇ ਕਿ ਔਨਲਾਈਨ ਡੇਟਿੰਗ ਨਾਲ ਹੈਗਾ ਆ ਅਤੇ ਔਨਲਾਈਨ ਡੇਟਿੰਗ ਤੋਂ ਬਿਨਾਂ ਨਹੀਂ ਹੈਗਾ। ਸੋ ਇਹ ਕਨਕਲੂਡ ਨਹੀਂ ਕੀਤਾ ਜਾ ਸਕਦਾ ਇਸ ਤੋਂ। ਹੋਰ ਕੀ ਕੰਸਰਨ ਨੇ ਜਿਹੜੇ ਕੰਸਰਨ ਜ਼ਾਹਰ ਕੀਤੇ ਜਾਂਦੇ ਨੇ ਮਾਪਿਆਂ ਵੱਲੋਂ ਜਾਂ ਈਵਨ ਤੁਹਾਡੇ ਸਮਕਾਲੀਆਂ ਵੱਲੋਂ ਵੀ, ਜੀ, ਕਿ ਦੇਖੀ ਕਿਤੇ ਠੱਗੀ 'ਚ ਨਾ ਆ ਜਾਈ? ਜੀ, ਅਫਕੋਰਸ ਕੋਈ ਕਿਸੇ ਨੂੰ ਵਧਾ ਚੜ੍ਹਾ ਕੇ ਦੱਸ ਸਕਦਾ। ਹਾਂਜੀ। ਦੂਜੀ, ਇੱਕ ਤਾਂ ਮੈਂ ਇਹ ਤੋਂ ਲੈ ਰਿਹਾ ਇੰਪਰੈਸ਼ਨ ਕਿ ਜੇ ਤੁਹਾਡਾ ਫੇਸਬੁੱਕ ਨਹੀਂ ਜਾਂ ਤੁਹਾਡਾ ਇੰਸਟਾਗ੍ਰਾਮ ਨਹੀਂ, ਇਹਦਾ ਮਤਲਬ ਤੁਹਾਡੀ ਜਿਹੜੀ ਪ੍ਰੈਜ਼ੈਂਸ ਹੈ ਉਹਦੇ 'ਤੇ ਸ਼ੱਕ ਕੀਤੀ ਜਾ ਸਕਦੀ ਹੈ। ਬਿਲਕੁਲ ਕੀਤਾ ਜਾ ਸਕਦਾ ਹੈ, ਕਿਉਂਕਿ ਸਪੈਸ਼ਲੀ ਜਿਹੜੀ ਯੰਗਰ ਪਾਪੂਲੇਸ਼ਨ ਹੈਗੀ ਹੈ, ਯੰਗਰ ਡੈਮੋਗ੍ਰਾਫਿਕ ਆ, ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਹੈਗਾ ਆ ਇੰਸਟਾਗ੍ਰਾਮ ਜਾਂ ਫੇਸਬੁੱਕ। ਹੁਣ ਜੇ ਮੈਂ ਕਿਸੇ ਨੂੰ ਮਿਲ ਰਹੀ ਹਾਂ ਔਨਲਾਈਨ ਅਤੇ ਔਨਲਾਈਨ ਕਹਿ ਰਿਹਾ ਕਿ ਮੈਂ ਇਸ ਕੰਪਨੀ 'ਚ ਕੰਮ ਕਰਦਾ ਅਤੇ ਫਲਾਨਾ ਮੇਰੇ ਇੰਟਰਸਟ ਆ, ਅਤੇ ਉਹਦਾ ਕੋਈ ਸਬੂਤ ਹੀ ਨਹੀਂ ਹੈਗਾ, ਉਹਦਾ ਕੋਈ ਪ੍ਰੂਫ ਹੀ ਨਹੀਂ ਹੈਗਾ, ਤਾਂ ਮੈਂ ਉਹਨੂੰ ਪ੍ਰੋਬੇਬਲੀ ਮਿਲਣ ਨਹੀਂ ਜਾਊਂਗੀ। ਪਰ ਜਿਹੜੀ ਇਹ ਕੰਸਰਨ ਆ, ਇਹ ਵੀ ਠੀਕ ਕੀਤੀ ਜਾ ਸਕਦੀ, ਕਿਉਂਕਿ ਬਹੁਤ ਜਿਹੜੇ ਬੱਚੇ ਹੈਗੇ ਆ ਉਹ ਇੱਕ ਦੂਜੇ ਨੂੰ ਪਬਲਿਕ ਪਲੇਸਿਸ ਦੇ ਵਿੱਚ ਮਿਲਦੇ ਆ, ਜਿਵੇਂ ਕਿ ਕਾਫੀ ਸ਼ਾਪਸ ਹੋ ਗਈਆਂ ਜਾਂ ਕਿਸੇ ਮਾਲ ਦੇ ਵਿੱਚ ਮਿਲਦੇ ਆ, ਤਾਂ ਕਿ ਉਹ ਮਿਲ ਵਰਤ ਕੇ ਥੋੜ੍ਹਾ ਜਿਹਾ ਪਹਿਲਾਂ ਦੇਖ ਸਕਣ। ਸੋ ਇੱਦਾਂ ਵੀ ਕਰਨਾ ਚਾਹੀਦਾ ਆ। ਅਤੇ ਇੱਕ ਬਹੁਤ ਵੱਡੀ ਜਿਹੜੀ ਗੱਲ ਹੈਗੀ ਆ, ਜਿਹੜੇ ਮਾਪੇ ਆ, ਜੇ ਉਹ ਆਪ ਇਨਵੋਲਵ ਹੋਣਾ ਚਾਹੁੰਦੇ ਆ ਤਾਂ ਕਿ ਉਹ ਬੱਚਿਆਂ ਨੂੰ ਜਾਗਰੂਕ ਕਰ ਸਕਣ ਜਾਂ ਇੱਕ ਸੇਫ ਸਪੇਸ, ਇੱਕ ਵਧੀਆ ਮਾਹੌਲ ਉਹ ਕ੍ਰੀਏਟ ਕਰ ਸਕਣ ਤਾਂ ਕਿ ਬੱਚੇ ਆ ਕੇ ਉਹਨਾਂ ਨਾਲ ਗੱਲ ਕਰਨ, ਤਾਂ ਉਹਨਾਂ ਨੂੰ ਉਹ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਆ। ਸੋ ਮੈਂ ਇਹ ਨਹੀਂ ਕਹਿ ਰਹੀ ਕਿ ਜੇ 13-14 ਸਾਲ ਦਾ ਬੱਚਾ ਆ ਕੇ ਤੁਹਾਨੂੰ ਕਹਿ ਰਿਹਾ ਤਾਂ ਤੁਸੀਂ ਕਹੋ ਸ਼ਾਬਾਸ਼ ਬੇਟਾ ਤੂੰ ਜਾ ਔਨਲਾਈਨ ਡੇਟਿੰਗ ਕਰ। ਪਰ ਜੇ ਕੋਈ ਹੈਗਾ ਆ ਵਿਆਹ ਯੋਗ ਦੀ ਉਮਰ ਦਾ, ਜਾਂ ਜੇ ਰਿਲੇਸ਼ਨਸ਼ਿਪ ਦੀ ਉਮਰ ਦਾ ਹੈਗਾ ਆ, ਅਤੇ ਤੁਸੀਂ ਵੀ ਚਾਹੁੰਦੇ ਹੋ ਕਿ ਉਹ ਪਾਰਟਨਰ ਲੱਭੇ, ਤਾਂ ਜੇ ਤੁਹਾਨੂੰ ਆ ਕੇ ਤੁਹਾਡਾ ਬੱਚਾ ਕੁਛ ਦੱਸਦਾ ਆ ਇਸ ਤਰ੍ਹਾਂ ਦਾ, ਜਾਂ ਜੇ ਤੁਹਾਨੂੰ ਕੁਛ ਪਤਾ ਲੱਗਦਾ, ਤਾਂ ਉਸ ਚੀਜ਼ ਨੂੰ ਆਪਾਂ ਗੁੱਸੇ ਨਾਲ ਨਾ ਲਈਏ, ਉਸ ਚੀਜ਼ ਬਾਰੇ ਗੱਲਬਾਤ ਕੀਤੀ ਜਾਵੇ। ਇਸ ਦੇ ਨਾਲ ਵੀ ਰਿਸਕ ਘੱਟ ਸਕਦਾ ਹੈ, ਕਿਉਂਕਿ ਫਿਰ ਆਪਾਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਬੱਚਿਆਂ ਨਾਲ। ਕਿਉਂਕਿ ਲੋਕਾਂ ਦੇ ਦੰਦ ਖੱਟੇ ਉਦੋਂ ਹੋ ਗਏ ਨੈਨਾ, ਜਦੋਂ ਕਰੀਪ ਕੈਚਰਸ ਨੇ ਨਾ ਬਹੁਤ ਸਾਰੇ ਲੋਕ ਫੜਨੇ ਸ਼ੁਰੂ ਕਰ ਦਿੱਤੇ, ਜੀ, ਜਿਹੜੇ ਕਿ ਲੜਕੀਆਂ ਨੂੰ ਅਬਿਊਜ਼ ਕਰਨਾ ਚਾਹੁੰਦੇ ਸੀ। ਤੁਹਾਡੇ ਚੇਤੇ ਹੋਣਾ ਕਿੰਨੀਆਂ ਖਬਰਾਂ ਆਈਆਂ, ਹਾਂਜੀ, ਅਸੀਂ ਵੀ ਇੱਥੋਂ ਬ੍ਰੌਡਕਾਸਟ ਕੀਤੀਆਂ। ਕਰੀਪ ਕੈਚਰਸ ਉਹਨਾਂ ਦਾ ਨਾਂ ਰੱਖ ਲਿਆ, ਔਰ ਉਹ ਬੰਦੇ ਸਿੰਸੀਅਰ ਸੀ, ਜਾਂ ਉਹਨਾਂ ਨਾਲ ਵੀ ਕਈਆਂ ਨੂੰ ਠੱਗੀਆਂ ਹੋ ਚੁੱਕੀਆਂ ਸੀ, ਔਰ ਉਹ ਨੋਟਿਸ ਕਰਦੇ ਰਹਿੰਦੇ ਲੜਕੀ ਦਾ ਰੂਪ ਧਾਰਨ ਕਰਕੇ ਕਿਸੇ ਨੂੰ ਉਹਦੇ ਵਿੱਚ ਦੇਖਦੇ ਕਿ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਟਾਰਗੇਟ ਕਰ ਰਹੇ ਨੇ, ਵਿਕਟਮਾਈਜ਼ ਕਰ ਰਹੇ ਨੇ, ਔਰ ਉਹਨਾਂ ਨੇ ਫੜਾ ਵੀ ਦਿੱਤੇ। ਫਿਰ ਜੀ, ਬੇਸ਼ੱਕ RCMP ਆਊਟ ਆਫ ਐਂਬੈਰਸਮੈਂਟ ਜਾਂ ਆਊਟ ਆਫ ਸੇਫਟੀ, ਜੋ ਮਰਜ਼ੀ ਕਹਿ ਲਓ, ਉਹ ਉਹਨਾਂ ਨੂੰ ਇਨਕਰੇਜ ਨਹੀਂ ਕਰਦੇ, ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਕਈ ਕਾਬਲ ਜਿਹੜੇ ਲੋਕ ਸਨ, ਜਿਹੜੇ ਮੈਚਿਓਰ ਲੋਕ ਸਨ, ਉਹ ਫੜ ਲਏ। ਤਾਂ ਉਹ ਕਹਿ ਰਹੇ ਸੀ ਅਸੀਂ ਜੱਜ ਫੜਨਾ ਇੱਕ। ਸੋ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਔਨਲਾਈਨ ਇੰਟਰੋਡਕਸ਼ਨ ਤੋਂ ਬਾਅਦ ਹੋਈਆਂ, ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਿਟਰ ਟੇਸਟ ਛੱਡ ਦਿੱਤਾ। ਜੀ, ਸੋ ਇਸ ਕਰਕੇ ਮੇਰੇ ਖਿਆਲ ਪੇਰੈਂਟਸ ਹੋਰ ਜ਼ਿਆਦਾ ਚੌਕਸ ਹੋ ਗਏ ਕਿ ਔਨਲਾਈਨ ਨਹੀਂ ਗੱਲ ਕਰਨੀ, ਲਕੀਰ ਕੱਢ ਦਿੱਤੀਆਂ ਨੇ ਕਿ ਔਨਲਾਈਨ ਰਿਸ਼ਤਾ ਅਸੀਂ ਕਰਨਾ ਹੀ ਨਹੀਂ। ਜੀ, ਮਿਸਟਰ ਥਿੰਦ, ਜਿਵੇਂ ਮੈਂ ਕਿਹਾ ਹਾਲੇ 10 ਸਾਲ ਹੀ ਹੋਇਆ ਪੂਰੇ ਇੰਟਰਨੈਟ ਨੂੰ ਹੀ ਜ਼ਿਆਦਾ ਜ਼ਿੰਦਾ ਹੋਏ, ਅਤੇ ਇਸ ਲਈ ਆਪਾਂ ਸਿੱਖ ਰਹੇ ਹਾਂ। ਪਰ ਜਿਵੇਂ ਜਿਵੇਂ ਇਹ ਘਟਨਾਵਾਂ ਮੂਹਰੇ ਆ ਰਹੀਆਂ ਨੇ,
ਉਵੇਂ ਜਿਹੜੀਆਂ ਆਨਲਾਈਨ ਡੇਟਿੰਗ ਕੰਪਨੀਜ਼ ਆ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਰੂਲਸ ਆ ਜਾਂ ਉਹਨਾਂ ਦੇ ਐਂਟਰੀ ਰਿਕੁਆਇਰਮੈਂਟਸ ਆ ਉਹਨਾਂ ਨੂੰ ਵੀ ਉਹ ਜ਼ਿਆਦਾ ਸਖਤ ਕਰ ਰਹੇ ਆ। ਸੋ ਇਹਨਾਂ ਘਟਨਾਵਾਂ ਤੋਂ ਬਾਅਦ ਹੀ ਬਹੁਤ ਵਾਰੀ ਜਿਹੜੀ ਚੈਕਿੰਗ ਆ ਉਹ ਜ਼ਿਆਦਾ ਸਖਤ ਹੋ ਚੁੱਕੀ ਆ। ਅਤੇ ਕਈ ਐਪਸ ਤਾਂ ਅਜਿਹੀਆਂ ਵੀ ਨੇ, ਕਿਉਂਕਿ ਕੁੜੀਆਂ ਦੇ ਜੇ ਆਪਾਂ ਗੱਲ ਕਰੀਏ ਵੀ ਕੁੜੀਆਂ ਦੀ ਅਬਿਊਜ਼ ਨੂੰ ਲੈਂਦੇ ਹੋਏ ਆ, ਤਾਂ ਬਹੁਤ ਐਪਸ ਦੇ ਵਿੱਚ ਪਹਿਲਾ ਮੈਸੇਜ ਕੁੜੀ ਹੋਈ ਕਰ ਸਕਦੀ ਆ। ਸੋ ਮੁੰਡਾ ਨਹੀਂ ਕਰ ਸਕਦਾ ਮੈਸੇਜ, ਪਰ ਕੁੜੀ ਮੈਸੇਜ ਕਰੂਗੀ ਤਾਂ ਮੁੰਡਾ ਰਿਪਲਾਈ ਕਰੂਗਾ। ਸੋ ਤੁਹਾਡੀ ਗੱਲ ਇਹ ਸਹੀ ਆ ਕਿ ਇੱਦਾਂ ਹੁੰਦਾ ਆ ਰਿਹਾ ਅਤੇ ਇੱਦਾਂ ਹੋਣਾ ਵੀ ਆ, ਪਰ ਇਹ ਆਪਣੇ ਉੱਪਰ ਆ ਕਿ ਆਪਾਂ ਪਹਿਲਾਂ ਤਾਂ ਕਿਸ ਤਰ੍ਹਾਂ ਦੀ ਐਪ ਡਾਊਨਲੋਡ ਕਰਦੇ ਹਾਂ, ਕਿਉਂਕਿ ਐਪਸ ਵੀ ਬਹੁਤ ਨੇ। ਉਹ ਐਪ ਪੋਪੂਲਰ ਹੋਵੇ ਅਤੇ ਅਜਿਹੀ ਹੋਵੇ ਕਿ ਤੁਹਾਨੂੰ ਪਤਾ ਆ ਕਿ ਇਹ ਟੈਸਟ ਕੀਤੀ ਹੋਈ ਆ ਲੋਕਾਂ ਨੇ। ਅਸੀਂ ਇੱਕ ਵਾਰੀ ਸ਼ੋਅ ਕੀਤਾ ਸੀ, ਕਾਫੀ ਦੇਰ ਹੋ ਗਈ, ਔਰ ਉਹਦੇ ਵਿੱਚ ਪਲੈਂਟੀ ਆਫ ਫਿਸ਼ ਵਰਗੇ ਇਹੋ ਜਿਹੇ ਵੈਬਸਾਈਟਸ ਵੀ ਹੈਗੇ ਆ ਜਿਹੜੇ ਇਨਫਿਡੈਲਿਟੀ ਨੂੰ ਸ਼ਹਿ ਦਿੰਦੇ ਆ। ਹਾਂਜੀ ਹਾਂਜੀ, ਜਿਹੜੇ ਇਸ ਨੂੰ ਪ੍ਰਮੋਟ ਕਰਦੇ ਆ। ਹਾਂਜੀ, ਵਿਆਹੇ ਹੋਏ ਬੰਦੇ, ਔਰਤਾਂ, ਆਓ ਆਪਸ ਵਿੱਚ ਹੀ ਘੁਲੋ ਮਿਲੋ। ਜੀ ਜੀ, ਮੇਰਾ ਖਿਆਲ ਹੈ ਕਈ ਕਿਸਮ ਦੇ, ਕਈ ਸਿਰਫ ਇਹ ਵੀ ਆ ਕਿ ਕਈ ਸਿੱਖਾਂ ਦੇ ਬੱਚੇ ਹੀ ਉੱਥੇ ਉਹਨਾਂ ਵੈਬਸਾਈਟਸ 'ਤੇ ਮਿਲਦੇ ਆ। ਜੀ, ਇਹ ਵੀ ਤੁਸੀਂ ਦੇਖਿਆ ਹੋਣਾ। ਜੀ, ਕਈ ਪੰਜਾਬੀ ਸਪੀਕਿੰਗ ਭਾਰਤੀ ਜਾਂ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਦੇ ਵੈਬਸਾਈਟਸ ਨੇ ਕਈ, ਜੀ, ਜਿਨ੍ਹਾਂ 'ਚ ਮੈਜੋਰਿਟੀ ਉਹੀ ਲੋਕ ਨੇ, ਜੀ, ਔਰ ਕਈ ਵਾਰੀ ਉਹਨਾਂ 'ਚ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਜਾਣਦੇ ਵੀ ਹੁੰਦੇ ਆ। ਸੋ ਮੇਰਾ ਖਿਆਲ ਹੈ ਕਈ ਕਿਸਮ ਦੇ ਗਰੁੱਪ ਸ਼ੁਰੂ ਹੋ ਗਏ ਆ। ਜਦੋਂ ਕੰਟੈਕਟ ਕੀਤਾ ਜਾਂਦਾ ਆਨਲਾਈਨ, ਤਾਂ ਮੁੱਢਲੀਆਂ ਜਿਹੜੀਆਂ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਕਿਸੇ ਬੱਚੇ ਨੂੰ? ਜੀ, ਸੋ ਤੁਹਾਡੀ ਗੱਲ ਸਹੀ ਆ, ਬਹੁਤ ਸਾਰੇ ਗਰੁੱਪਸ ਹੋ ਚੁੱਕੇ ਆ ਅਤੇ ਜਿਹੜੀ ਚੀਜ਼ ਗਲਤ ਆ ਉਹ ਤਾਂ ਗਲਤ ਆ, ਉਹਨੂੰ ਆਪਾਂ ਸਹੀ ਨਹੀਂ ਕਹਿ ਸਕਦੇ। ਪਰ ਬਹੁਤ ਸਾਰੀਆਂ ਹੁਣ ਇਹੋ ਜਿਹੀਆਂ ਐਪਸ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਇਕੱਲੇ ਸਿੱਖ ਬੱਚੇ ਜਾਂ ਇਕੱਲੇ ਮੁਸਲਿਮ ਲੋਕੀ ਮਿਲਦੇ ਆ। ਸੋ ਤੁਸੀਂ ਦੇਖ ਸਕਦੇ ਹੋ ਵੀ ਮੈਂ ਸਿਰਫ ਉਸੇ ਐਪ 'ਤੇ ਜਾਣਾ ਆ, ਪਰ ਜਿਹੜੀਆਂ ਚੀਜ਼ਾਂ ਸਾਰਿਆਂ ਨੂੰ ਦੇਖਣੀਆਂ ਚਾਹੀਦੀਆਂ ਨੇ ਉਹ ਤਾਂ ਪਹਿਲਾਂ ਨਾਮ ਜ਼ਰੂਰ ਸਰਚ ਕਰਨਾ ਚਾਹੀਦਾ ਆ, ਕਿਉਂਕਿ ਜਿਹੜਾ ਵੀ ਨਾਮ ਹੈਗਾ ਆ, ਹੁਣ ਬਹੁਤ ਘੱਟ ਜਿਹੇ ਨਾਮ ਹੋਣਗੇ ਪੂਰੀ ਦੁਨੀਆ ਦੇ ਵਿੱਚ ਕਿ ਇੰਟਰਨੈਟ ਉੱਪਰ ਤੁਹਾਨੂੰ ਉਹਦੇ ਬਾਰੇ ਕੁਛ ਵੀ ਨਹੀਂ ਲੱਭੂਗਾ। ਕੋਈ ਨਾ ਕੋਈ ਚੀਜ਼ ਹਮੇਸ਼ਾ ਪਈ ਹੁੰਦੀ ਆ। ਅਤੇ ਦੂਸਰਾ ਇਹ ਵੀ ਦੇਖਣਾ ਚਾਹੀਦਾ ਆ ਕਿ ਜਿਹੜੀਆਂ ਉਹਦੀਆਂ ਫੋਟੋਜ਼ ਨੇ, ਕਿ ਤੁਸੀਂ ਹੁਣ ਉਹਨਾਂ ਨੂੰ ਵੀ ਸਰਚ ਕਰ ਸਕਦੇ ਹੋ। ਫੋਟੋ ਲੈ ਕੇ ਵੀ ਤੁਸੀਂ ਸਰਚ ਇੰਜਨ ਦੇ ਵਿੱਚ ਸਰਚ ਕਰ ਸਕਦੇ ਹੋ ਕਿ ਉਹ ਫੋਟੋ ਕਿਸੇ ਰੈਂਡਮ ਵੈਬਸਾਈਟ ਤੋਂ ਚੱਕ ਕੇ ਤਾਂ ਨਹੀਂ ਉਹਨਾਂ ਨੇ ਪਾਤੀ ਕਿਸੇ ਮਾਡਲ ਦੀ ਫੋਟੋ। ਅੱਛਾ, ਸੋ ਇਹ ਫੋਟੋ ਵੀ ਸਰਚ ਕੀਤੀ ਜਾ ਸਕਦੀ ਆ। ਹਾਂਜੀ, ਸਿਰਫ ਨਾਮ ਨਹੀਂ। ਸੋ ਫੋਟੋ ਨੂੰ ਡਰੈਗ ਕਰਕੇ ਸਰਚ ਬਾਰ ਦੇ ਵਿੱਚ ਲੈ ਕੇ ਤੁਸੀਂ ਸਰਚ ਕਰ ਸਕਦੇ ਹੋ। ਫੋਟੋ ਤੋਂ ਇਲਾਵਾ ਇਹ ਵੀ ਦੇਖਣਾ ਚਾਹੀਦਾ ਆ ਕਿ ਜਿਹੜੀ ਉਹਨਾਂ ਨੇ ਫੈਕਟਸ ਲਿਖੇ ਆ ਉਹ ਕੰਪਨੀ ਤਾਂ ਨਹੀਂ ਨਕਲੀ ਹੈਗੀ, ਉਹ ਕੰਪਨੀ ਐਗਜ਼ਿਸਟ ਕਰਦੀ ਹੈ ਕਿ ਨਹੀਂ। ਅਤੇ ਬਹੁਤ ਵਾਰੀ ਤੁਸੀਂ ਆਪਣੇ ਜਾਣਦੇ ਜਿਹੜੇ ਤੁਹਾਡੇ ਲੋਕ ਆ ਉਹਨਾਂ ਨੂੰ ਵੀ ਪੁੱਛ ਸਕਦੇ ਹੋ। ਪਰ ਜਿਹੜੀ ਜ਼ਿਆਦਾਤਰ ਧੋਖੇ ਵਾਲੀ ਗੱਲ ਤੁਸੀਂ ਕਹੀ ਆ ਉਹ ਤਾਂ ਹੁੰਦੀ ਹੈ ਜੇ ਤੁਸੀਂ ਆਨਲਾਈਨ ਤੋਂ ਬਾਹਰ ਮਿਲੋ ਇਨ ਪਰਸਨ, ਅਤੇ ਉਹਦੀ ਸਭ ਤੋਂ ਜ਼ਿਆਦਾ ਤਾਂ ਤੁਸੀਂ ਇਹੀ ਆਪਣੇ ਵੱਲੋਂ ਕਰ ਸਕਦੇ ਹੋ ਪ੍ਰੀਕਾਸ਼ਨ ਕਿ ਤੁਸੀਂ ਕਿਸੇ ਪਬਲਿਕ ਪਲੇਸ ਦੇ ਵਿੱਚ ਮਿਲੋ, ਨਾ ਕਿ ਕਿਸੇ ਨੂੰ ਕਹੋ ਕਿ ਤੂੰ ਰਾਤ ਦੇ 9 ਵਜੇ ਆ ਕੇ ਕਿਸੇ ਇਹੋ ਜਿਹੀ ਸੁਨਸਾਨ ਥਾਂ 'ਤੇ ਮਿਲੋ ਜਿੱਥੇ ਤੁਹਾਨੂੰ ਪਤਾ ਹੀ ਨਾ ਹੋਵੇ। ਅਤੇ ਇੱਕ ਬਹੁਤ ਜਿਹੜੀ ਵਧੀਆ ਚੀਜ਼ ਮੇਰੇ ਫਰੈਂਡਸ ਕਈ ਵਾਰੀ ਕਰਦੇ ਨੇ, ਉਹ ਮੈਨੂੰ ਜਾਂ ਕਿਸੇ ਹੋਰ ਪਰਸਨ ਨੂੰ ਆਪਣੀ ਲਾਈਵ ਲੋਕੇਸ਼ਨ ਭੇਜ ਦਿੰਦੇ ਆ। ਵਟਸਐਪ ਦੇ ਰਾਹੀਂ ਤੁਸੀਂ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰ ਸਕਦੇ ਹੋ, ਤਾਂ ਕਿ ਤੁਹਾਡੇ ਕਿਸੇ ਫਰੈਂਡ ਨੂੰ ਪਤਾ ਹੋਵੇ ਕਿ ਮੈਂ ਕਿਸੇ ਨੂੰ ਮਿਲਣ ਚੱਲੀ ਹਾਂ, ਅਸੀਂ ਇਸ ਮਾਲ ਦੇ ਵਿੱਚ ਮਿਲ ਰਹੇ ਹਾਂ, ਮੇਰੀ ਲਾਈਵ ਲੋਕੇਸ਼ਨ ਤੇਰੇ ਕੋਲ ਅਗਲੇ 4 ਘੰਟਿਆਂ ਲਈ ਰਹੂਗੀ। ਜੇ ਕੁਛ ਊਚ ਨੀਚ ਹੁੰਦੀ ਹੈ ਤਾਂ ਲਾਈਵ ਲੋਕੇਸ਼ਨ ਹੈਗੀ ਆ। ਆਈ ਥਿੰਕ ਮੇਰਾ ਫਰੈਂਡ ਸਰਕਲ ਥੋੜ੍ਹਾ ਜ਼ਿਆਦਾ ਪੈਰਾਨੋਇਡ ਆ, ਪਰ ਜੇ ਤੁਹਾਨੂੰ ਡਰ ਲੱਗਦਾ ਆ ਜ਼ਿਆਦਾ ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਪਰ ਆਪਣੇ ਫਰੈਂਡਸ ਨੂੰ ਦੱਸ ਸਕਦੇ ਹੋ ਐਟਲੀਸਟ ਕਿ ਮੈਂ ਇਸ ਥਾਂ 'ਤੇ ਚੱਲਿਆ, ਇੰਨੇ ਵਜੇ ਤੱਕ ਵਾਪਸ ਆਊਂਗਾ। ਅੱਛਾ, ਤੁਹਾਡੀ ਫਰੈਂਡਸ ਦੇ ਵਿੱਚੋਂ ਜੀ, ਤੁਹਾਡਾ ਕਾਫੀ ਸਰਕਲ ਆ, ਕਿਸੇ ਦਾ ਆਨਲਾਈਨ ਰਿਸ਼ਤਾ ਕਾਮਯਾਬ ਵੀ ਹੋਇਆ? ਜੀ ਬਿਲਕੁਲ। ਅਤੇ ਮੇਰੀ ਕਲੋਜ਼ ਫਰੈਂਡ ਵੀ ਹੈ ਜਿਹਦਾ 3-4 ਸਾਲ ਉਹਨੇ ਧੱਕੇ ਖਾਧੇ ਤੁਸੀਂ ਕਹਿ ਸਕਦੇ ਹੋ, ਕਿਉਂਕਿ ਆਨਲਾਈਨ ਡੇਟਿੰਗ ਦਾ ਇੱਕ ਇਹ ਵੀ ਹੁੰਦਾ ਆ ਕਿ ਕਈ ਵਾਰੀ ਤੁਸੀਂ ਫਰਸਟਰੇਟ ਹੋ ਜਾਂਦੇ ਹੋ ਕਿ ਤੁਹਾਨੂੰ ਕੋਈ ਲੱਭਦਾ ਨਹੀਂ ਗਾ, ਤੁਸੀਂ ਬਾਰ-ਬਾਰ ਟਰਾਈ ਕਰੀ ਜਾਂਦੇ ਹੋ, ਫਿਰ ਨਹੀਂ ਗੱਲ ਬਣਦੀ, ਫਿਰ ਟਰਾਈ ਕਰੀ ਜਾਂਦੇ ਹੋ, ਫਿਰ ਤੁਸੀਂ ਅਨਇੰਸਟਾਲ ਕਰ ਦਿੰਦੇ ਹੋ ਐਪ ਕਿ ਮੈਂ ਨਹੀਂ ਕਰਨੀ ਹੈਗੀ ਇਹ ਚੀਜ਼, ਫਿਰ ਦੁਬਾਰਾ ਇੰਸਟਾਲ ਕਰਦੇ ਹੋ। ਪਰ ਇਹੀ ਹੁੰਦਾ ਕਿ ਇੱਕ ਹੀ ਬੰਦਾ ਹੁੰਦਾ, ਫਿਰ ਜਦੋਂ ਉਹ ਬੰਦਾ ਮਿਲ ਜਾਂਦਾ ਤਾਂ ਬੜੀ ਖੁਸ਼ੀ ਹੁੰਦੀ ਆ। ਪਰ ਕਈ ਬੱਚਿਆਂ ਨੇ ਬੜਾ ਸਿੰਪਲ ਜਿਹਾ ਰੱਖਿਆ ਹੋਇਆ ਉਹਨਾਂ ਦਾ ਫਾਰਮੂਲਾ। ਜੀ, ਉਹ ਕਹਿੰਦੇ ਮਾਮਾ ਡੈਡ ਤੁਸੀਂ ਲੱਭਣਾ, ਤੁਸੀਂ ਵਿਆਹ ਕਰਨਾ, ਮੈਨੂੰ ਕੋਈ ਪਤਾ ਨਹੀਂ ਗਾ, ਮੈਨੂੰ ਦੱਸ ਦਿਓ, ਫਿਰ ਆਈ ਵਾਂਟ ਟੂ ਮੇਕ ਸ਼ੋਰ ਵੀ ਮੈਨੂੰ ਪਸੰਦ ਆ।
ਜੀ ਇਹ ਵੀ ਇੱਕ ਤਰ੍ਹਾਂ ਦੀ ਡੇਟਿੰਗ ਹੀ ਆ, ਤੁਸੀਂ ਕਹਿ ਸਕਦੇ ਹੋ। ਜਦੋਂ ਤੁਸੀਂ ਆਪਣੇ ਪੇਰੈਂਟਸ ਨੂੰ ਕਹਿਤਾ, ਪਰ ਉਹਦਾ ਸੋਰਸ ਹੋਰ ਆ। ਫਿਰ ਜਿਹੜੇ ਮਾਪੇ ਆ ਉਹ ਆਪਣੀ ਪਸੰਦ ਦਾ ਤੁਹਾਨੂੰ ਕੋਈ ਲੱਭ ਕੇ ਦਿੰਦੇ ਆ, ਪਰ ਉਹ ਵੀ ਹੁਣ ਤੱਕ ਕੰਮ ਕੀਤਾ ਬਹੁਤ ਘੱਟ ਹੁੰਦੀ ਆ ਵੀ ਇੱਦਾਂ ਕਹਿਣ ਵੀ ਤੁਹਾਨੂੰ ਵਿਆਹ ਕਰਾਉਣਾ ਹੀ ਪੈਣਾ। ਬਹੁਤ ਵਾਰੀ ਉਹ ਦਿਖਾਉਂਦੇ ਆ ਆਪਣੇ ਬੱਚੇ ਨੂੰ ਕਿ ਆ ਤੁਹਾਨੂੰ ਠੀਕ ਲੱਗਦਾ ਆ ਕਿ ਨਹੀਂ। ਸੋ ਜਿਵੇਂ ਵੀ ਕਿਸੇ ਦਾ ਪਰਿਵਾਰ ਇਹ ਚੀਜ਼ ਕਰਨਾ ਚਾਹੁੰਦਾ ਆ, ਰਿਸ਼ਤੇ ਬਣਾਉਣਾ ਚਾਹੁੰਦਾ ਆ, ਉਹ ਹਰ ਇੱਕ ਪਰਿਵਾਰ ਉੱਪਰ ਨਿਰਭਰ ਕਰਦਾ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਆਨਲਾਈਨ ਡੇਟਿੰਗ ਬਹੁਤ ਭਾਰੀ ਹੋਣ ਵਾਲੀ ਆ ਡੇਟਿੰਗ ਦੁਨੀਆ ਦੇ ਵਿੱਚ, ਤੇ ਬਹੁਤ ਸਾਰੇ ਰਿਸ਼ਤੇ ਆਨਲਾਈਨ ਡੇਟਿੰਗ ਤੋਂ ਸ਼ੁਰੂ ਹੋਣਗੇ। ਸੋ ਜਦੋਂ ਉਹਨਾਂ ਨੂੰ ਦੇਖਦੇ ਆ ਆਨਲਾਈਨ ਦੇ ਉੱਤੇ ਬੱਚੇ ਨਹੀਂ ਐਡਲਟ ਹੁੰਦੇ ਕਈ ਵਾਰੀ 35 ਸਾਲ ਦੇ, ਉਹ ਕੀ ਦੇਖਦੇ ਪਹਿਲਾਂ ਉਹਨਾਂ ਨੂੰ ਜਦੋਂ ਮੈਚ ਕਰਦੇ ਆ? ਕੀ ਦੇਖਣਾ ਚਾਹੀਦਾ ਤੇ ਕੀ ਦੇਖਦੇ ਪਹਿਲਾਂ, ਕੀ ਲੱਭਦੇ ਆ ਉਹ? ਜੀ, ਸੋ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਚੀਜ਼ ਦੇਖਣ ਨੂੰ ਮਿਲਦੀ ਆ, ਸਭ ਤੋਂ ਵੱਡੀ ਚੀਜ਼ ਪਹਿਲਾਂ ਉਹ ਦੇਖਦੇ ਆ ਫੋਟੋ, ਕਿ ਬੰਦਾ ਦਿਖਦਾ ਕਿਸ ਤਰ੍ਹਾਂ ਆ। ਅਤੇ ਬਹੁਤ ਵਾਰੀ ਇੱਦਾਂ ਵੀ ਕਿਹਾ ਜਾਂਦਾ ਵੀ ਇਹ ਚੀਜ਼ ਤਾਂ ਬੜੀ ਸ਼ੈਲੋ ਆ, ਵੀ ਤੁਸੀਂ ਕਿਸੇ ਨੂੰ ਫੋਟੋ ਦੇਖ ਕੇ ਪਸੰਦ ਨਹੀਂ, ਨਾ ਪਸੰਦ ਕਰਦੇ ਹੋ। ਪਰ ਉਹ ਇਕੱਲੀ ਫੋਟੋ ਨਹੀਂ ਹੁੰਦੀ, ਪੂਰੀ ਬਾਇਓਗ੍ਰਾਫੀ ਹੁੰਦੀ ਹੈ ਜਿਸ ਦੇ ਵਿੱਚ ਨਾਮ ਲਿਖਿਆ ਹੁੰਦਾ, ਐਜੂਕੇਸ਼ਨ ਲਿਖੀ ਹੁੰਦੀ ਆ ਵੀ ਉਹ ਕਿੱਥੇ ਤੱਕ ਪੜ੍ਹੇ ਹੋਏ ਆ, ਕਿੱਥੇ ਕੰਮ ਕਰਦੇ ਆ, ਅਤੇ ਉਹਨਾਂ ਦੀ ਹੌਬੀਜ਼ ਕੀ ਨੇ, ਉਹ ਕਿਹੜੀ ਸਪੋਰਟਸ ਟੀਮ ਦੇਖਦੇ ਆ, ਜਾਂ ਉਹ ਜੇ ਵੋਲੰਟੀਅਰ ਕਰਨਾ ਪਸੰਦ ਕਰਦੇ ਆ। ਉਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਆ ਵੀ ਤੁਸੀਂ ਆਪਣੀ ਬਾਇਓ ਦੇ ਵਿੱਚ ਉਹ 2-3 ਲਾਈਨਾਂ ਦਾ ਪੈਰਾਗ੍ਰਾਫ ਹੁੰਦਾ ਹੈ, ਤੁਸੀਂ ਕੀ ਸ਼ਾਮਿਲ ਕਰਨਾ ਚਾਹੁੰਦੇ ਹੋ। ਅਤੇ ਬਹੁਤ ਵਾਰੀ ਇਹ ਵੀ ਸ਼ਾਮਿਲ ਕਰਨਾ ਪੈਂਦਾ ਕਿ ਤੁਸੀਂ ਡਿਵੋਰਸਡ ਹੈਗੇ ਹੋ ਕਿ ਨਹੀਂ, ਜਾਂ ਤੁਸੀਂ ਸਿਰਫ ਰਿਲੇਸ਼ਨਸ਼ਿਪ ਭਾਲ ਰਹੇ ਹੋ, ਜਾਂ ਤੁਸੀਂ ਮੈਰਿਜ ਭਾਲ ਰਹੇ ਹੋ, ਵਿਆਹ ਭਾਲ ਰਹੇ ਹੋ। ਸੋ ਇਹ ਚੀਜ਼ਾਂ ਫਿਲ ਕਰਨੀਆਂ ਹੀ ਪੈਂਦੀਆਂ ਨੇ। ਅਤੇ ਜ਼ਿਆਦਾਤਰ ਪ੍ਰੋਫਾਈਲਸ ਉੱਪਰ ਇੱਦਾਂ ਹੁੰਦਾ ਆ ਕਿ ਤੁਹਾਨੂੰ ਇਸ ਬਾਇਓ ਦੇ ਨਾਲ, ਇਸ ਬਾਇਓਗ੍ਰਾਫੀ ਦੇ ਨਾਲ ਇੱਕ ਫੋਟੋ ਦਿਖਾਈ ਜਾਂਦੀ ਆ, ਅਤੇ ਉਸ ਫੋਟੋ ਨੂੰ ਜੇ ਤੁਸੀਂ ਨਹੀਂ ਪਸੰਦ ਕਰਦੇ, ਬਾਇਓਗ੍ਰਾਫੀ ਨੂੰ ਨਹੀਂ ਪਸੰਦ ਕਰਦੇ, ਤਾਂ ਤੁਸੀਂ ਲੈਫਟ ਸਵਾਈਪ ਕਰ ਸਕਦੇ ਹੋ। ਜੇ ਤੁਹਾਨੂੰ ਪਸੰਦ ਆਈ ਹੈ ਤਾਂ ਤੁਸੀਂ ਰਾਈਟ ਸਵਾਈਪ ਕਰ ਸਕਦੇ ਹੋ। ਅਤੇ ਜੇ ਦੋਨਾਂ ਪਾਰਟੀਜ਼ ਵੱਲੋਂ ਰਾਈਟ ਸਵਾਈਪ ਹੋ ਗਿਆ ਤਾਂ ਫਿਰ ਉਹ ਮੈਚ ਹੋ ਜਾਂਦਾ ਆ। ਤਾਂ ਫਿਰ ਉਸ ਮੈਚ ਤੋਂ ਬਾਅਦ ਫਿਰ ਤੁਹਾਡੀ ਮਰਜ਼ੀ ਆ ਕਿ ਤੁਸੀਂ ਉਹਨਾਂ ਨੂੰ ਮੈਸੇਜ ਕਰਕੇ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਨਹੀਂ। ਪਰ ਉਸ ਮੈਚ ਹੋਏ ਤੋਂ ਬਿਨਾਂ ਤੁਸੀਂ ਉਹਨਾਂ ਨੂੰ ਮੈਸੇਜ ਨਹੀਂ ਕਰ ਸਕਦੇ। ਸੋ ਇਹ ਗੱਲ ਸੱਚੀ ਹੈ ਵੀ ਕੁਛ ਇਹੋ ਜਿਹੀਆਂ ਐਪਸ ਨੇ, ਦਿਲ ਮਿਲ ਜਾਂ ਬੰਬਲ ਹੈ ਜੀ, ਵੀ ਉਹਦੇ 'ਚ ਲੜਕੇ ਨਹੀਂ ਕਰ ਸਕਦੇ, ਲੜਕੀਆਂ ਹੀ ਕਰ ਸਕਦੀਆਂ। ਜੀ, ਮੇਰੀ ਜਾਣਕਾਰੀ ਦੇ ਮੁਤਾਬਿਕ, ਕਿਉਂਕਿ ਮੈਂ ਆਪ ਨਹੀਂ ਦੇਖਿਆ, ਪਰ ਇਹ ਬੰਬਲ ਆ। ਬੰਬਲ ਦੇ ਉੱਪਰ ਜੇ ਤੁਹਾਨੂੰ ਕੋਈ ਪਸੰਦ ਆਇਆ, ਤੁਸੀਂ ਰਾਈਟ ਸਵਾਈਪ ਕਰਦੇ ਹੋ, ਮੈਚ ਹੋ ਗਿਆ, ਪਰ ਸਿਰਫ ਕੁੜੀਆਂ ਹੀ ਪਹਿਲਾਂ ਕਹਿ ਸਕਦੀਆਂ ਕਿ ਹੈਲੋ, ਹਾਈ, ਜਾਂ ਜੋ ਵੀ ਤੁਸੀਂ ਕਹਿਣਾ ਆ। ਤਾਂ ਉਸ ਤੋਂ ਬਾਅਦ ਮੁੰਡੇ ਰਿਸਪੌਂਡ ਕਰ ਸਕਦੇ ਆ, ਕਿਉਂਕਿ ਬੰਬਲ ਤੋਂ ਪਹਿਲਾਂ ਬਹੁਤ ਵੱਡਾ ਇਹ ਇਸ਼ੂ ਸੀਗਾ ਕਿ ਮੁੰਡੇ ਮਗਰ ਪੈ ਜਾਂਦੇ ਆ ਜਾਂ ਕੁੜੀਆਂ ਨੂੰ ਉਹ ਤੰਗ ਕਰਦੇ ਆ। ਤਾਂ ਫਿਰ ਇੱਥੇ ਉਹਨਾਂ ਨੇ ਇਹ ਗੱਲ ਹੀ ਬਿਲਕੁਲ ਮਿਟਾਤੀ ਵਿੱਚੋਂ, ਜੇ ਕੁੜੀ ਅਪਰੋਚ ਕਰੂਗੀ ਤਾਂ ਹੀ ਮੁੰਡਾ ਰਿਪਲਾਈ ਕਰ ਸਕਦਾ। ਸੋ ਜਿਹੜੇ ਤੁਸੀਂ ਦੱਸਦੇ ਹੋ ਵੀ ਕੁਛ ਐਥਨਿਕ ਸਾਈਟਸ ਹੀ ਨੇ ਜੀ, ਦਿਲ ਮਿਲ ਉਹਨਾਂ 'ਚੋਂ ਇੱਕ ਆ। ਹਾਂਜੀ, shaadi.com ਵੀ ਇੱਕ ਹੀ ਆ। shaadi.com ਵੀ ਕਹਿ ਸਕਦੇ ਹਾਂ, ਅਤੇ ਇੱਕ ਮੁਸਲਿਮ ਕਮਿਊਨਿਟੀ ਲਈ ਟਿੰਡਰ ਨਾਲ ਰਾਈਮ ਕਰਦਾ ਹੋਇਆ ਮਾਈਂਡਰ, ਆਈ ਥਿੰਕ ਉਹਨੂੰ, ਜਾਂ ਮਿੰਡਰ ਕਹਿੰਦੇ ਆ। ਸੋ ਬਹੁਤ ਜਿਹੜੀਆਂ ਕਮਿਊਨਿਟੀਜ਼ ਨੇ ਇੱਥੇ, ਸਾਊਥ ਏਸ਼ੀਅਨ ਕਮਿਊਨਿਟੀਜ਼, ਬਾਹਰਲੇ ਦੇਸ਼ਾਂ ਦੇ ਵਿੱਚ ਖਾਸ ਕਰਕੇ, ਉਹਨਾਂ ਨੇ ਆਪਣੀਆਂ ਹੀ ਐਪਸ ਬਣਾ ਲਈਆਂ, ਕਿਉਂਕਿ ਇੱਕ ਤਾਂ ਮਾਪਿਆਂ ਦੀ ਵੀ ਬਹੁਤ ਵਾਰੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਕਮਿਊਨਿਟੀ ਦੇ ਵਿੱਚ ਹੀ ਵਿਆਹ ਕਰਵਾਉਣਾ ਆ, ਜਾਂ ਉਹਨਾਂ ਦਾ ਆਪਣਾ ਵੀ ਪਸੰਦ ਹੋ ਸਕਦੀ ਆ। ਸੋ ਹਾਂਜੀ, ਲੈਂਗੁਏਜ, ਕਲਚਰ ਵਗੈਰਾ ਵਗੈਰਾ। ਸੋ ਇਸ ਲਈ ਬਹੁਤ ਸਾਰੀਆਂ ਐਪਸ ਨੇ ਜਿਹੜੀਆਂ ਕਿ ਤੁਸੀਂ ਇੱਦਾਂ ਨਹੀਂ ਕਿ ਜੁਆਇਨ ਨਹੀਂ ਕਰ ਸਕਦੇ ਬਾਹਰੋਂ, ਪਰ ਜ਼ਿਆਦਾਤਰ ਉੱਥੇ ਤਾਦਾਦ ਹੁੰਦੀ ਹੋਈ ਉਹਨਾਂ ਲੋਕਾਂ ਦੀ ਹੈ ਜੋ ਕਿ ਤੁਹਾਡੀ ਕਮਿਊਨਿਟੀ ਵਿੱਚੋਂ ਜਾਂ ਕਲਚਰ 'ਚੋਂ ਹੁੰਦੇ ਆ। ਸੋ ਐਜੂਕੇਸ਼ਨ, ਹੌਬੀਜ਼, ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਉਹਦੇ ਵਿੱਚ ਆਮ ਤੌਰ ਦੇ ਉੱਤੇ। ਜੀ, ਅਤੇ ਬਹੁਤ ਵਾਰੀ ਸਾਰੇ ਹੀ ਇੱਦਾਂ ਕਰਨਗੇ, ਜੇ ਮੈਂ ਜਾਂ ਤੁਸੀਂ ਪ੍ਰੋਫਾਈਲ ਬਣਾਵਾਂਗੇ, ਆਪਾਂ ਨੂੰ ਲੱਗੂਗਾ ਕਿ ਸਭ ਤੋਂ ਬੈਸਟ ਫੋਟੋ ਪਾਈਏ, ਸਭ ਤੋਂ ਵਧੀਆ ਫੋਟੋ ਚੱਕ ਕੇ ਪਾਈਏ, ਅਤੇ ਉਹ ਫੋਟੋ ਦੇਖੀ ਤਾਂ ਜਾਂਦੀ ਆ। ਅਤੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਬਾਅਦ ਦੇ ਵਿੱਚ ਜਦੋਂ ਮਿਲੀਏ ਤਾਂ ਬੰਦਾ ਜ਼ਿਆਦਾ ਸੋਹਣਾ ਨਿਕਲਿਆ ਆਉਂਦਾ ਜਾਂ ਘੱਟ ਸੋਹਣਾ ਨਿਕਲਿਆ ਆਉਂਦਾ, ਪ੍ਰੈਫਰੈਂਸ ਹੁੰਦੀ ਆ। ਬਟ ਜਿਹੜੀ ਆਨਲਾਈਨ ਡੇਟਿੰਗ ਆ ਉਹ ਇੱਕ ਮੌਕਾ ਦਿੰਦੀ ਆ ਤੁਹਾਨੂੰ। ਜੇ ਤੁਸੀਂ ਆਪਣੀ ਵਧੀਆ ਫੋਟੋ ਕੋਈ ਪਾਉਂਦੇ ਵੀ ਹੋ, ਜੇ ਉਸ ਕਰਕੇ ਤੁਹਾਡੀ ਕੋਈ ਗੱਲਬਾਤ ਹੋ ਜਾਂਦੀ ਆ, ਤਾਂ ਹੋ ਸਕਦਾ ਹੈ ਕਿ ਅਸਲ ਜ਼ਿੰਦਗੀ ਦੇ ਵਿੱਚ ਉਹ ਗੱਲਬਾਤ ਤੁਸੀਂ ਕਰਦੇ ਹੀ ਨਾ ਕਿਸੇ ਨੂੰ ਦੇਖ ਕੇ। ਸੋ ਜਿਹੜਾ ਮੌਕਾ ਆ ਕਿਸੇ ਨੂੰ ਦੇਣ ਵਾਲੀ, ਉਹ ਗੱਲ ਜਿਹੜੀ ਹੈਗੀ ਆ, ਉਹ ਆਨਲਾਈਨ ਡੇਟਿੰਗ ਦੇ ਜ਼ਰੀਏ ਕਹਿ ਸਕਦੇ ਹੋ ਵੀ ਜ਼ਿਆਦਾ ਵਧੀਆ ਹੁੰਦੀ ਆ। ਜਿਹੜੀਆਂ ਗੱਲਾਂ ਚੱਲਦੀਆਂ ਸੀ ਜੀ, ਮੈਂ ਜੇ ਅਖਬਾਰਾਂ ਦੀ ਗੱਲ ਕਰਦਾ, ਮੈਟਰੀਮੋਨੀਅਲ ਇਹ ਟੀਟੋਟਲਰ ਬॉय, ਜੱਟ ਸਿੱਖ ਬॉय, 5'11" ਜੀ,
ਸ਼ਰਾਬ ਨਹੀਂ ਪੀਂਦਾ, ਹਾਂਜੀ educated, post-graduate, earning 4 figures, whatever, ਇਸ ਕਿਸਮ ਦੀਆਂ ਐਡਵਰਟਾਈਜ਼ਮੈਂਟ ਆਉਂਦੀਆਂ। ਜੀ। ਔਰ ਉਹ ਵੀ ਜਿਹੜੇ ਅਖਬਾਰਾਂ ਦੇ ਵਿੱਚ ਪਹਿਲਾਂ ਪਹਿਲ, ਟ੍ਰਿਬਿਊਨ ਵਰਗੇ ਅੰਗਰੇਜ਼ੀ ਅਖਬਾਰਾਂ 'ਚ ਇਸ ਤਰ੍ਹਾਂ ਦੀਆਂ ਐਡਸ ਆਇਆ ਕਰਦੀਆਂ ਸੀ। ਜੀ। ਉਦੋਂ ਵੀ ਮਾਪਿਆਂ ਦਾ ਇੱਕ ਗਰੁੱਪ ਸੀ, ਉਹ ਕਹਿੰਦੇ ਇਹ ਰਹਿੰਦੇ ਖੁੰਦੇ ਰਹੇ ਖੂਏ ਹੁੰਦੇ ਆ, ਅਖਬਾਰਾਂ ਦੇ ਵਿੱਚੋਂ ਨਹੀਂ ਸ਼ਾਦੀ ਕਰਨੀ ਚਾਹੀਦੀ। ਜੀ। ਔਰ ਜਿਹੜੇ ਵਿਚੋਲੇ ਜ਼ਿੰਦਾ ਜਾਂਦੇ ਸੀ ਉਹਨਾਂ ਨੂੰ ਵੀ ਉਹ ਕਹਿ ਦਿੰਦੇ ਸੀ ਨਾ, ਮੁੰਡਾ ਸਾਡਾ ਸ਼ਰਾਬ ਨਹੀਂ ਪੀਂਦਾ ਜੀ, ਫੀਮ ਨਹੀਂ ਖਾਂਦਾ, ਜੀ। ਇਹ ਜੀ ਫਲਾਨਾ, ਇਹ ਧਮਕਾ। ਬਾਅਦ 'ਚ ਵੀ ਮਾਪੇ ਫਿਰ ਪਿੰਡ 'ਚੋਂ ਪੁੱਛ-ਗਿੱਛ ਕਰਦੇ ਸੀ, ਔਰ ਉਹ ਕਹਿੰਦੇ ਸੀ ਇਹ ਤਾਂ ਸ਼ਰਾਬ ਰੋਜ਼ ਪੀਂਦਾ ਜੀ, ਘਰੇ ਕੱਢਦਾ ਸ਼ਰਾਬ। ਹਾਂਜੀ। ਔਰ ਉਹ ਗਲਤ ਨਿਕਲ ਜਾਂਦੀ ਸੀ ਇਨਫੋਰਮੇਸ਼ਨ। ਜੀ। ਸੋ ਇਹ ਨਹੀਂ ਗੱਲ ਕਿ ਕੋਈ ਵੀ ਇਸ ਤਰ੍ਹਾਂ ਦੀ ਕੋਈ ਫੂਲ ਪ੍ਰੂਫ ਪਹਿਲਾਂ ਤੋਂ ਕੋਈ ਟੈਕਨੋਲੋਜੀ ਜਾਂ ਕੋਈ ਪੁੱਛ-ਗਿੱਛ ਜਾਂ ਕੋਈ ਇਨ ਪਰਸਨ ਇਹੋ ਜਿਹੀ ਇਨਕੁਆਇਰੀ ਜਿਹੜੀ ਆ ਉਹ ਕਾਮਯਾਬ ਰਹੀ ਆ। ਨਹੀਂ, ਕਿਉਂਕਿ ਆਨਲਾਈਨ ਡੇਟਿੰਗ ਉੱਪਰ ਝੂਠ ਬੋਲਣਾ ਬਹੁਤ ਆਸਾਨ ਆ, ਜਿਵੇਂ ਅਸਲ ਜ਼ਿੰਦਗੀ ਤੋਂ ਵੀ ਜ਼ਿਆਦਾ ਆਸਾਨ ਆ, ਕਿਉਂਕਿ ਤੁਸੀਂ ਤਾਂ ਸਕਰੀਨ ਦੇ ਪਿੱਛੇ ਬੈਠੇ ਹੋ, ਨਾ ਤੁਹਾਨੂੰ ਕਿਸੇ ਨਾਲ ਅੱਖ ਮਿਲਾਉਣੀ ਪੈਣੀ ਹੈ, ਤੁਸੀਂ ਬੋਲ ਸਕਦੇ ਹੋ ਝੂਠ। ਪਰ ਡੇਟਿੰਗ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਆਨਲਾਈਨ ਸਿਰਫ ਕਿਸੇ ਨੂੰ ਪਹਿਲੀ ਵਾਰ ਮਿਲ ਰਹੇ ਹੋ, ਪਰ ਜਿਹੜਾ ਉਹ ਰਿਸ਼ਤਾ ਕਾਇਮ ਹੋਣਾ ਆ ਉਹ ਅੱਗੇ ਤੁਸੀਂ ਅੱਗੋਂ ਕੀ ਕਰਦੇ ਤੁਸੀਂ ਮਿਲ ਰਹੇ ਹੋ, ਹਾਂਜੀ, ਤੁਹਾਡੇ ਕੋਲ ਕਾਫੀ ਜਾਣਕਾਰੀ ਉਸ ਵਿਅਕਤੀ ਬਾਰੇ ਆ ਜਾਂਦੀ ਆ, ਬਿਲਕੁਲ, ਸਮੇਤ ਉਹਦੇ ਨੈਣ ਨਕਸ਼ਾਂ ਦੇ। ਜੀ। ਪਰ ਜੇ ਤੁਸੀਂ ਮਿਲਣ ਜਾਂਦੇ ਹੋ, ਲੜਕੀ ਨੇ ਲਿਖਿਆ ਮੇਰੇ ਦਾ ਕੱਦ 5 ਫੁੱਟ 5 ਇੰਚ, ਉਹ 5 ਫੁੱਟ 4 ਇੰਚ ਨਿਕਲਦੀ ਆ, ਤਾਂ ਉਹਦੇ ਲਈ ਮੇਰਾ ਖਿਆਲ ਆ ਉਹ ਇਹ ਨਹੀਂ ਕਿ ਉਹ ਸਭ ਕੁਝ ਕੈਂਸਲ ਹੋ ਜਾਏਗਾ। ਜੀ, ਬਿਲਕੁਲ ਨਹੀਂ। ਤੇ ਬਹੁਤ ਜਿਹੜੀਆਂ ਚੀਜ਼ਾਂ ਆਪਣੇ ਮਾਪੇ ਦੇਖਦੇ ਹੁੰਦੇ ਸੀਗੇ, ਉਹ ਜਿਹੜੀਆਂ ਚੀਜ਼ਾਂ ਨੇ ਉਹ ਪੂਰੀ ਲਿਸਟ ਦੇ ਅੰਤ ਦੇ ਵਿੱਚ ਜਾ ਕੇ ਦੇਖਦੇ ਆ ਅੱਜ ਕੱਲ੍ਹ ਦੇ ਬੱਚੇ। ਉਸ ਤੋਂ ਪਹਿਲਾਂ ਦੇਖਣਾ ਚਾਹੁੰਦੇ ਆ ਵੀ ਕੀ ਸਾਡੀ ਇੱਕ ਦੂਜੇ ਨਾਲ ਕੰਪੈਟੇਬਿਲਿਟੀ ਹੈਗੀ ਆ, ਅਸੀਂ ਇੱਕ ਦੂਸਰੇ ਨਾਲ ਕਿਸੇ ਇੰਟੈਲੈਕਚੁਅਲ ਟੌਪਿਕ ਉੱਪਰ ਗੱਲਬਾਤ ਕਰ ਸਕਦੇ ਹਾਂ, ਕਿ ਜੇ ਮੈਂ ਹਾਈਕਿੰਗ ਕਰਨਾ ਚਾਹੁੰਦਾ ਆ ਤਾਂ ਇਹ ਬੰਦਾ ਹਾਈਕਿੰਗ ਕਰੂਗਾ ਕਿ ਇਹਨੂੰ ਵਰਕਆਊਟ ਦੇ ਨਾਮ ਤੋਂ ਹੀ ਚੜ੍ਹਾਉਂਦੀ ਆ। ਸੋ ਇਹੋ ਜਿਹੀਆਂ ਚੀਜ਼ਾਂ ਉਹ ਪਹਿਲਾਂ ਦੇਖਦੇ ਆ, ਅਤੇ ਫਿਰ ਜੇ ਕਹਿਣਗੇ ਜੇ ਇੰਨਾ ਕੁਛ ਸਾਡਾ ਮਿਲਦਾ ਆ ਇਕੱਠਾ ਹੀ, ਤਾਂ ਅਸੀਂ 1 ਇੰਚ ਪਿੱਛੇ ਕੁੜੀ ਥੋੜ੍ਹੀ ਨਾ ਛੱਡ ਦੇਣੀ ਆ, ਮੁੰਡਾ ਥੋੜ੍ਹੀ ਨਾ ਛੱਡ ਦੇਣਾ। ਪਰ ਪਿਛਲੇ ਜ਼ਮਾਨੇ ਵਿੱਚ ਲਿਖਿਆ ਹੀ ਹੈ, ਅਖਬਾਰ ਵਿੱਚ ਇਹ ਹੁੰਦਾ ਸੀ ਜੇ 5 ਫੁੱਟ 4 ਇੰਚ ਕੁੜੀ ਹੈ ਤਾਂ ਹੀ ਸੰਪਰਕ ਕਰੋ, ਤਾਂ ਉਹ ਬਾਕੀ ਚੀਜ਼ਾਂ ਨੂੰ ਦੇਖਣ ਦਾ ਮੌਕਾ ਹੀ ਨਹੀਂ ਮਿਲਦਾ ਸੀ। ਔਰ ਜੱਟ ਸਿੱਖ ਬॉय ਜੀ, ਇਹ ਵੀ ਬਹੁਤ ਹੁੰਦਾ ਸੀਗਾ, ਜਿਹੜਾ ਕਿ ਹੁਣ ਮੈਂ ਤਾਂ ਆਪਣੇ ਫਰੈਂਡ ਸਰਕਲ ਵਿੱਚ ਬਿਲਕੁਲ ਨਹੀਂ ਦੇਖਿਆ। ਹਾਲਾਂਕਿ ਮੈਨੂੰ ਇਹ ਪਤਾ ਨਹੀਂ ਜੇ ਕੋਈ ਅੰਦਰੋਂ ਅੰਦਰੀ ਕਰਦਾ ਹੀ ਹੋਵੇ, ਪਰ ਬਹੁਤ ਵਾਰੀ ਇਹ ਵੀ ਹਾਈਟ ਦੇ ਹੀ ਵਾਂਗੂ ਹੁੰਦਾ ਆ। ਬਿਊਟੀਫੁਲ ਬ੍ਰਾਹਮਣ ਲੜਕੀ, ਹਾਂਜੀ, ਨਾ ਜੀ, ਜਾਤ ਪਾਤ ਤਾਂ ਬਾਅਦ 'ਚ ਦੇਖੀ ਜਾਂਦੀ, ਬਿਲਕੁਲ ਬਾਅਦ 'ਚ ਦੇਖੀ ਜਾਂਦੀ ਹੈ। ਅਤੇ ਜਿੱਥੇ ਤੱਕ ਮੈਂ ਦੇਖਿਆ, ਜਾਤ ਪਾਤ ਉਦੋਂ ਹੀ ਸਾਹਮਣੇ ਆਉਂਦੀ ਆ, ਖਾਸ ਕਰ ਮੇਰੇ ਫਰੈਂਡ ਸਰਕਲ ਦੇ ਵਿੱਚ, ਜਦੋਂ ਇਹ ਸੋਚਣਾ ਪਵੇ ਕਿ ਅਸੀਂ ਆਪਣੇ ਮੰਮੀ ਡੈਡੀ ਨੂੰ ਕਿਵੇਂ ਦੱਸਾਂਗੇ। ਉਹਨਾਂ ਨੂੰ ਆਪ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਨਕਲੂਡਿੰਗ ਮੀ, ਆਈ ਥਿੰਕ ਸਾਡੇ ਕਾਫੀ ਇੱਧਰੋਂ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਗਾ ਕਿ ਇਹਨਾਂ ਦਾ ਫਰਕ ਕੀ ਆ, ਜਾਤਾਂ ਦਾ, ਕੌਣ ਜ਼ਿਆਦਾ ਉੱਚਾ ਕੌਣ ਜ਼ਿਆਦਾ ਨੀਵਾਂ, ਕਿਸੇ ਨੂੰ ਬਹੁਤਾ ਪਤਾ ਵੀ ਨਹੀਂ ਗਾ। ਉਹਨਾਂ ਨੂੰ ਤਾਂ ਇਹ ਹੁੰਦਾ ਆ ਕਿ ਜੇ ਅਸੀਂ ਘਰ ਗੱਲ ਕਰਨੀ ਹੋਵੇ ਤਾਂ ਸਾਨੂੰ ਕੋਈ ਦਿੱਕਤ ਨਾ ਆਵੇ, ਉਹਨਾਂ ਨੂੰ ਆਪ ਨੂੰ ਨਹੀਂ ਪਰੇਸ਼ਾਨੀ ਹੁੰਦੀ। ਹਾਂਜੀ, ਪੇਰੈਂਟਸ ਨੇ ਕਈ ਵਾਰੀ ਪਹਿਲਾਂ ਸਵਾਲ ਇਹ ਪੁੱਛਣਾ, ਬਿਲਕੁਲ, ਪੇਰੈਂਟਸ ਪਹਿਲਾਂ ਇਹ ਸਵਾਲ ਪੁੱਛਦੇ ਆ। ਸੋ ਇੱਥੇ ਹੀ ਤਾਂ ਹੀ ਮੈਂ ਕਿਹਾ ਸੀਗਾ ਕਿ ਮਿਲ ਕੇ ਰਲ ਬੈਠ ਕੇ ਗੱਲ ਕਰਨ ਦਾ ਮੌਕਾ ਭਾਲਣਾ ਚਾਹੀਦਾ ਆ, ਨਾ ਕਿ ਜੇ ਤੁਹਾਨੂੰ ਕੋਈ ਆ ਕੇ ਦੱਸੇ ਤੁਸੀਂ ਪਹਿਲਾਂ ਹੀ ਡਾਂਗ ਚੱਕ ਕੇ ਮਗਰ ਪੈ ਜਾਓ ਕਿ ਤੂੰ ਆਨਲਾਈਨ ਕੁੜੀਆਂ ਕਿਉਂ ਦੇਖਦਾ ਫਿਰਦਾ ਆ। ਸੋ ਜੇ ਗੱਲਬਾਤ ਕਰੋਗੇ ਤਾਂ ਫਿਰ ਤੁਸੀਂ ਕੋਈ ਸੋਲੂਸ਼ਨ ਉਹਦਾ ਮਿਲ ਵਰਤ ਕੇ ਕੱਢ ਸਕਦੇ ਹੋ। ਗੱਲਬਾਤ ਚੱਲ ਰਹੀ ਹੈ ਕਿ ਆਨਲਾਈਨ ਡੇਟਿੰਗ ਦੇ ਪ੍ਰੋਜ਼ ਐਂਡ ਕੌਨਸ ਦੇ, ਉਹਨਾਂ ਦੇ ਲਾਭ ਹਾਨੀਆਂ ਅਤੇ ਚੰਗੇ ਪਾਸੇ ਅਤੇ ਬੁਰੇ ਪਾਸੇ ਦੀ ਡਿਸਕਸ਼ਨ ਦੇ ਵਿੱਚ ਨੈਨਾ ਗਰੇਵਾਲ ਮੇਰੇ ਨਾਲ ਨੇ, ਜਿਹੜੇ ਸਾਡੇ ਨਿਊਜ਼ ਡਿਪਾਰਟਮੈਂਟ 'ਚ ਵੀ ਕੰਮ ਕਰਦੇ ਆ ਅਤੇ ਸਾਡੇ ਹੋਸਟ ਵੀ ਹਨ। ਅਤੇ ਇਸ ਦੇ ਉੱਤੇ ਉਹਨਾਂ ਨੇ ਕਈ ਜਿਹੜੀਆਂ ਇੰਟਰ ਜਨਰੇਸ਼ਨ ਇਸ਼ੂਜ਼ ਨੇ ਉਸ ਦੇ ਉੱਤੇ ਇਸੇ ਪ੍ਰੋਗਰਾਮ 'ਚ ਪਹਿਲਾਂ ਬਹੁਤ ਦਿਲਚਸਪ ਡਿਸਕਸ਼ਨਸ ਕੀਤੀਆਂ ਨੇ। ਅੱਜ ਜਿਹੜੀ ਗੱਲਬਾਤ ਚੱਲ ਰਹੀ ਆ, ਆਪਾਂ ਕੈਨੇਡਾ ਦੀ ਗੱਲ ਕਰਦੇ ਸੀ ਜਾਂ ਉੱਤਰੀ ਅਮਰੀਕਾ ਦੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਆਨਲਾਈਨ ਜਿਹੜੇ ਰਿਲੇਸ਼ਨਸ਼ਿਪ ਬਣ ਰਹੇ ਆ। ਹਾਂਜੀ, ਬਿਲਕੁਲ। ਮੈਂ ਕੱਲ੍ਹ ਪਰਸੋਂ ਹੀ ਆਰਟੀਕਲ ਇੱਕ ਦੇਖ ਰਹੀ ਸੀਗੀ, ਹੁਣ ਇੰਡੀਆ ਦੇ ਵਿੱਚ ਲੋਕ ਸਾਹਮਣੇ ਆਉਣ ਲੱਗੇ ਨੇ। ਜਿਵੇਂ ਬਹੁਤ ਵਾਰੀ ਆਪਾਂ ਇੱਦਾਂ ਕਹਿ ਦਿੰਦੇ ਹਾਂ ਕਿ ਇਹ ਚੀਜ਼ ਹੁਣੀ ਹੋਣ ਲੱਗ ਗਈ ਕਿਉਂਕਿ ਆਪਾਂ ਜ਼ਿਆਦਾ ਇਹਨੂੰ ਸਲਾਉਣ ਲੱਗ ਗਏ ਵੀ ਇਹ ਵਧੀਆ ਚੀਜ਼ ਆ। ਨਹੀਂ, ਇਹ ਬਹੁਤ ਸਮੇਂ ਤੋਂ ਹੁੰਦੀ ਆ ਰਹੀ ਆ, ਪਰ ਕਿਉਂਕਿ ਪਹਿਲਾਂ ਜਿਹੜਾ ਰਿਸਪੌਂਸ ਸੀਗਾ ਉਹ ਬੁਰਾ ਮਿਲਦਾ ਸੀਗਾ, ਲੋਕ ਸਾਂਝ ਨਹੀਂ ਪਾਉਂਦੇ ਸੀ ਇਹਦੇ ਬਾਰੇ। ਹੁਣ ਲੋਕੀ ਕਹਿਣ ਲੱਗ ਪਏ ਆ, ਇੰਡੀਆ ਦੇ ਲੋਕ ਝੇਡਾਂ ਕਰਦੇ ਸੀ ਜੀ ਵੀ ਆਨਲਾਈਨ ਤੇ ਤੁਸੀਂ ਮਿਲੇ ਉਸ ਵਿੱਚ ਹੀ,
ਹਾਂਜੀ ਫਿਰ ਉਹ ਕਹਿੰਦੇ ਰੀਅਲ ਪਿਆਰ ਨਹੀਂ ਹੋ ਸਕਦਾ। ਹਾਂਜੀ ਹਾਂਜੀ ਬਿਲਕੁਲ। ਤੇ ਇੰਡੀਆ ਦੇ ਵਿੱਚ ਵੀ ਨਹੀਂ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇੱਦਾਂ ਹੁੰਦਾ ਸੀਗਾ ਕਿ ਤੁਸੀਂ ਆਨਲਾਈਨ ਮਿਲੇ, ਕੀ ਪਤਾ ਇਹ ਬਹੁਤਾ ਚਿਰ ਚੱਲੂਗਾ ਵੀ ਕਿ ਨਹੀਂ। ਪਰ ਹੁਣ ਇੰਨੇ ਜ਼ਿਆਦਾ ਲੋਕੀ ਆਨਲਾਈਨ ਮਿਲਣ ਲੱਗ ਗਏ ਆ ਕਿ ਉਹਦੇ ਬਾਰੇ ਗੱਲ ਜ਼ਿਆਦਾ ਹੋਣ ਲੱਗ ਗਈ ਆ। ਇੰਡੀਆ ਦੇ ਵਿੱਚ ਵੀ ਲੋਕ ਹੁਣ ਸਾਹਮਣੇ ਆਉਣ ਲੱਗ ਗਏ ਕਿ ਸਾਡੀ ਇਹ ਲਵ ਸਟੋਰੀ ਆ, ਅਸੀਂ 5 ਸਾਲ ਤੋਂ ਇਕੱਠੇ ਆ, ਅਸੀਂ ਆਨਲਾਈਨ ਮਿਲੇ ਸੀਗੇ। ਉਹ ਚੀਜ਼ ਵੀ ਹੁਣ ਤੁਸੀਂ ਕਹਿ ਸਕਦੇ ਇੱਕ ਤਰ੍ਹਾਂ ਨਾਲ ਰੋਮਾਂਟਿਕ ਬਣ ਗਈ ਆ। ਸੋ ਇੱਦਾਂ ਨਹੀਂ ਗਾ ਕਿ ਤੁਸੀਂ ਸਿਰਫ ਸਕੂਲ ਦੇ ਵਿੱਚ ਮਿਲੇ ਸੀ ਜਾਂ ਕਿਸੇ ਪਾਰਟੀ 'ਤੇ ਮਿਲੇ ਸੀ, ਉਹ ਇੱਕ ਵਧੀਆ ਕਹਾਣੀ ਆ। ਆਨਲਾਈਨ ਮਿਲਣਾ ਵੀ ਇੱਕ ਵਧੀਆ ਕਹਾਣੀ ਹੋ ਸਕਦੀ ਆ। ਮੈਨੂੰ ਇੱਕ ਲੜਕੀ ਦੇ ਪਿਤਾ ਨੇ ਦੱਸਿਆ, ਜਿਹੜਾ ਕਿ ਮੈਨੂੰ ਬਹੁਤ ਸਾਲਾਂ ਤੋਂ ਜਾਣਦਾ। ਜੀ ਉਹ ਕਹਿੰਦਾ ਮੇਰੀ ਲੜਕੀ ਨੇ ਇਹ ਮੁੰਡਾ ਮਿਲਿਆ, ਬਹੁਤ ਚੰਗਾ ਮੁੰਡਾ ਸੀ। ਜੀ ਉਹ ਕਹਿੰਦਾ ਵੀ ਇਹ ਆਨਲਾਈਨ ਲੱਭਿਆ ਸੀ, ਹਾਂਜੀ ਪਰ ਕਹਿੰਦਾ ਅਸੀਂ ਦੱਸਦੇ ਨਹੀਂ ਕਿਸੇ ਨੂੰ। ਜਦੋਂ ਅਸੀਂ ਦੱਸਦੇ ਹਾਂ ਨਾ, ਫਿਰ ਅਸੀਂ ਇਹੀ ਦੱਸਦੇ ਹਾਂ ਜੀ ਇਹ ਪਹਿਲਾਂ ਇਕੱਠੇ ਪੜ੍ਹਦੇ ਸੀ, ਜੀ ਇਹ ਟ੍ਰਿਪ 'ਤੇ ਗਏ ਸੀ, ਉੱਥੇ ਮਿਲੇ ਸੀ, ਜਾਂ ਕੋਈ ਇਹੋ ਜਿਹੀ ਦੱਸਦੇ ਹਾਂ। ਜੀ ਉਹ ਕਹਿੰਦੇ ਵੀ ਹਾਲੇ ਵੀ ਲੋਕ ਆਦਰ ਨਾਲ ਨਹੀਂ ਦੇਖਦੇ ਇਹਨਾਂ ਰਿਸ਼ਤਿਆਂ ਨੂੰ ਜਿਹੜੇ ਆਨਲਾਈਨ ਲੱਭੇ ਹੋਏ ਆ। ਜੀ ਕਿਉਂਕਿ ਤੁਸੀਂ ਆਪ ਹੀ ਸੋਚੋ ਮਿਸਟਰ ਥਿੰਦ, ਆਪਾਂ ਗਰੋਸਰੀ ਤੱਕ ਤਾਂ ਆਨਲਾਈਨ ਆਰਡਰ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਸ਼ੱਕ ਹੁੰਦਾ ਆ ਵੀ ਆਨਲਾਈਨ ਪੈਸੇ ਮੇਰੇ ਕਿਤੇ ਹੋਰ ਪਾਸੇ ਨਾ ਚਲ ਜਾਣ ਜਾਂ ਫਰਾਡ ਨਾ ਹੋ ਜਾਵੇ, ਜਾਂ ਮੈਂ ਤਾਂ ਦੇਖ ਕੇ ਲੈ ਕੇ ਆਉਣੀ ਆ ਇਹ। ਸੋ ਜੇ ਆਪਾਂ ਸਮਾਨ ਲੈਣ ਲਈ ਵੀ ਇੰਨਾ ਝਿਜਕਦੇ ਹਾਂ, ਜੇ ਕੋਈ ਆਪਾਂ ਨੂੰ ਆਪਣਾ ਕੇ ਫੈਮਿਲੀ ਮੈਂਬਰ ਦੱਸੂਗਾ ਕਿ ਮੈਂ ਬੰਦੇ ਨੂੰ ਆਨਲਾਈਨ ਮਿਲਿਆ ਅਤੇ ਮੈਂ ਇਹਦੇ ਨਾਲ ਵਿਆਹ ਕਰਾਉਣ ਲੱਗਿਆ ਆ, ਤਾਂ ਝਿਜਕ ਤਾਂ ਆਊਗੀ ਹੀ। ਪਰ ਇਸ ਮੁੱਦੇ ਉੱਪਰ ਗੱਲ ਕਰਨ ਦਾ ਫਾਇਦਾ ਹੀ ਤਾਂ ਆਇਆ ਕਿਉਂਕਿ ਆਪਾਂ ਨੂੰ ਪਤਾ ਲੱਗਣ ਲੱਗੇ ਕਿ ਇਹ ਚੀਜ਼ ਹੁਣ ਹੋ ਰਹੀ ਆ। ਜੇ ਆਪਾਂ ਇਸ ਦੇ ਬਾਰੇ ਜ਼ਿਆਦਾ ਗੱਲਬਾਤ ਕਰਾਂਗੇ ਤਾਂ ਇਸ ਦੇ ਜਿਹੜੇ ਮਾੜੇ ਪੱਖ ਆ ਉਹਨਾਂ ਨੂੰ ਨਜਿੱਠਣ ਲਈ ਆਪਾਂ ਨੂੰ ਜ਼ਿਆਦਾ ਸਪੋਰਟ ਮਿਲੂਗੀ ਅਤੇ ਜ਼ਿਆਦਾ ਲੋਕੀ ਮੂਹਰੇ ਆਉਣਗੇ ਕਿ ਜੀ ਹਾਂ ਇਸ ਨੂੰ ਇਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਜਾਂ ਇਸ ਉੱਪਰ ਇਸ ਤਰ੍ਹਾਂ ਕੰਮ ਹੋ ਸਕਦਾ ਹੈ। ਪਰ ਜ਼ਰੂਰੀ ਤਾਂ ਨਹੀਂ ਗਾ ਮੈਂ ਆਨਲਾਈਨ 'ਤੇ ਮੈਨੂੰ ਇਹ ਵੀ ਪਤਾ ਜੀ ਕਿ ਵਿਆਹ ਕਰਾਉਣ ਲਈ ਰਿਸ਼ਤੇ ਨਹੀਂ ਲੱਭੇ ਜਾਂਦੇ। BFF ਜਿਹੜਾ ਚੱਲਿਆ ਹੋਇਆ, ਹਾਂਜੀ ਉਹ ਕਹਿੰਦੇ ਇੱਥੋਂ ਹੀ ਲੱਭਦੇ ਆ, ਬੈਸਟ ਫਰੈਂਡ ਫॉर ਐਵਰ। ਜੀ 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 ਸੋ ਜਦੋਂ ਤੁਸੀਂ ਆਨਲਾਈਨ ਜਾਂਦੇ ਹੋ ਤੁਹਾਨੂੰ ਕਾਫੀ ਪ੍ਰੈਫਰੈਂਸਿਸ ਪੁੱਛੀਆਂ ਜਾਂਦੀਆਂ ਨੇ, ਉਹਨਾਂ ਵਿੱਚ ਵੀ ਹੈ ਜਾਇਆ ਜਾ ਸਕਦਾ ਪਰ ਮੁੰਡਾ ਕੁੜੀ ਨੂੰ ਲੱਭ ਰਿਹਾ ਜਾਂ ਕੁੜੀ ਨੂੰ ਲੱਭ ਰਹੀ ਆ। ਪਰ ਤੁਸੀਂ ਇਹ ਵੀ ਆਪਣਾ ਦੱਸ ਸਕਦੇ ਹੋ ਕਿ ਮੈਂ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਲੱਭ ਰਿਹਾ, ਵਿਆਹ ਲਈ ਰਿਸ਼ਤਾ ਲੱਭ ਰਿਹਾ, ਕਿ ਮੈਂ ਸਿਰਫ ਫਰੈਂਡ ਚਾਹੁੰਦਾ ਆ। ਸੋ ਫੋਰ ਐਗਜ਼ਾਮਪਲ ਹੋ ਸਕਦਾ ਕਿ ਮੈਂ ਟੋਰਾਂਟੋ ਮੂਵ ਹੋਵਾਂ ਅਤੇ ਟੋਰਾਂਟੋ ਮੈਨੂੰ ਕੋਈ ਜਾਣਦਾ ਹੀ ਨਹੀਂ ਗਾ ਅਤੇ ਮੈਂ ਉੱਥੇ ਆਪਣੀ ਕੋਈ ਸਹੇਲੀ ਲੱਭਣੀ ਹੋਵੇ। ਹੁਣ ਜੇ ਮੈਂ ਬਾਹਰ ਜਾਊਂਗੀ ਰੈਸਟੋਰੈਂਟ 'ਚ ਇਕੱਲੀ ਬੈਠੀ ਹੋਊਂਗੀ ਤਾਂ ਮੈਨੂੰ ਆ ਕੇ ਕੌਣ ਪੁੱਛੂਗਾ। ਪਰ ਮੇਰੀ ਤਰ੍ਹਾਂ ਹੀ ਇੱਕ ਹੋਰ ਵੀ ਉੱਥੇ ਇਨਸਾਨ ਹੋ ਸਕਦਾ ਹੈ ਜਿਹੜਾ ਕਿ ਕੋਈ ਲੱਭਦਾ ਹੋਵੇ, ਉਹ ਵੀ ਇਕੱਲੀ ਹੋਵੇ, ਮੂਵ ਹੋਈ ਹੋਵੇ। ਤਾਂ ਅਸੀਂ ਇਹੋ ਜਿਹੀਆਂ ਐਪਸ ਉੱਪਰ ਆਨਲਾਈਨ ਜਾ ਕੇ ਉਹਨਾਂ ਦਾ ਆਪਸ਼ਨ ਸਿਲੈਕਟ ਕਰ ਸਕਦੇ ਹਾਂ ਕਿ ਅਸੀਂ ਸਿਰਫ ਦੋਸਤ ਲੱਭ ਰਹੇ ਹਾਂ, ਸਿਰਫ ਸਹੇਲੀ ਲੱਭ ਰਹੇ ਹਾਂ, ਅਤੇ ਉਸ ਤਰ੍ਹਾਂ ਹੀ ਸਾਡੀ ਫੋਟੋ ਹੋਊਗੀ, ਉਸ ਤਰ੍ਹਾਂ ਹੀ ਬਾਇਓ ਹੋਊਗੀ ਅਤੇ ਫਿਰ ਇੱਦਾਂ ਗੱਲਬਾਤ ਕਰਕੇ ਤੁਸੀਂ ਕਿਸੇ ਨਾਲ ਫਰੈਂਡਸ਼ਿਪ ਜਿਹੜੀ ਆ, ਦੋਸਤੀ ਕਾਇਮ ਕਰ ਸਕਦੇ ਹੋ। ਅਖੀਰ 'ਚ ਕੀ ਕਹਿਣਾ ਚਾਹੋਗੇ? ਜ਼ਮਾਨਾ ਕਿਹੋ ਜਿਹਾ ਆ ਰਿਹਾ? ਅੱਜ ਤੋਂ 5 ਸਾਲ ਬਾਅਦ ਕੀ ਹੋਏਗਾ? ਜੀ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੂੰਗੀ ਕਿ ਜਿਹੜੇ ਰਿਸ਼ਤੇ, ਉਹਨਾਂ ਦੇ ਦਾਇਰੇ ਅਤੇ ਉਹਨਾਂ ਦੇ ਜਿਹੜੇ ਸਾਧਨ ਆ ਮਿਲਣ ਦੇ, ਉਹ ਬਦਲ ਰਹੇ ਆ। ਬਹੁਤ ਜਿਹੜੀਆਂ ਚੀਜ਼ਾਂ ਪਿਛੋਕੜ ਦੇ ਵਿੱਚ ਹੁੰਦੀਆਂ ਆਈਆਂ ਨੇ ਉਹਨਾਂ ਦਾ ਰੂਪ ਬਦਲ ਰਿਹਾ। ਸੋ ਰਿਸ਼ਤਾ ਹਲੇ ਵੀ ਰਿਸ਼ਤਾ ਹੀ ਆ, ਵਿਆਹ ਹਲੇ ਵੀ ਵਿਆਹ ਹੀ ਆ, ਪਰ ਲੋਕ ਕਿਸ ਤਰ੍ਹਾਂ ਮਿਲ ਰਹੇ ਨੇ ਆਉਣ ਵਾਲੇ ਦੇ ਸਮੇਂ ਦੇ ਵਿੱਚ, ਇਹ ਬਦਲਾਓ ਦੇਖਦਿਆਂ ਹੋਇਆਂ ਆਪਾਂ ਨੂੰ ਬਦਲਾਓ ਨੂੰ ਸਵੀਕਾਰ ਕਰਨਾ ਚਾਹੀਦਾ ਆ। ਅਤੇ ਜੇ ਘਰ ਦੇ ਵਿੱਚ ਕੋਈ ਛੋਟਾ ਬੱਚਾ ਜਾਂ ਕੋਈ ਵੀ ਟੀਨੇਜਰ ਜਾਂ ਯੰਗ ਅਡਲਟ ਆ ਕੇ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਤਾਂ ਉਹਨਾਂ ਦੀ ਗੱਲ ਆਪਾਂ ਖੁੱਲ੍ਹੇ ਦਿਮਾਗ ਦੇ ਨਾਲ ਅਤੇ ਇੱਕ ਪੋਜ਼ੀਟਿਵ ਨਜ਼ਰੀਏ ਦੇ ਨਾਲ ਸੁਣੀਏ। ਨੈਨਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਮਾਂ ਦੇਣ ਲਈ। ਥੈਂਕ ਯੂ। ਸ਼ੁਕਰੀਆ ਮਿਸਟਰ ਥਿੰਦ। ਥੈਂਕਸ।